ਸਾਡਾ ਤੇ ਦੂਜੀਆਂ ਸਰਕਾਰਾਂ ਦਾ ਇਹ ਫਰਕ ਹੈ ਵੀ ਅਸੀਂ ਸਰਕਾਰ ਦੇ ਆਉਣ ਤੋਂ ਵਿਦਿਨ 3 ਮੰਥ ਨੌਕਰੀਆਂ ਦੇਣ ਦਾ ਪ੍ਰੋਸੈਸ ਸ਼ੁਰੂ ਕਰਤਾ। ਅਦਰਵਾਈਜ਼ ਪੁਰਾਣਾ ਜੇ ਪੂਰਾ ਇਤਿਹਾਸ ਦੇਖੋਗੇ ਤੇ ਉਹ ਲਾਸਟ ਦੇ 6 ਮਹੀਨਿਆਂ 'ਚ ਇਹ ਗੱਲਾਂ ਹੁੰਦੀਆਂ। ਕਾਂਗਰਸ ਦੇ ਕਈ ਮੰਤਰੀ, ਕਈ ਸਾਬਕਾ ਵਿਧਾਇਕ, ਕਈ ਹੋਰ ਉਹ ਛੱਡ ਕੇ ਹੁਣ ਭਾਜਪਾ ਦੀ ਸ਼ਰਨ 'ਚ ਚਲੇ ਜਾਂਦੇ ਆ। ਆਊਟਸੋਰਸਿੰਗ ਇੱਕ ਬੈਕਡੋਰ ਐਂਟਰੀ ਸੀ। ਕੈਬਨਿਟ ਤੋਂ ਅਪਰੂਵਲ ਲੈ ਕੇ ਲੋਕ ਆਪਣੀਆਂ ਮਨਮਰਜ਼ੀਆਂ ਨਾਲ ਲੋਕਾਂ ਨੂੰ ਰੱਖਦੇ ਸੀ, ਜਿਹਦੇ 'ਚ ਕੋਈ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ। ਆਯੁਸ਼ਮਾਨ ਜਿਹੜੀ ਸਕੀਮ ਹੈ ਉਹਦੇ ਸੈਂਟਰ ਵੀ ਹਿੱਸਾ ਪਾਉਂਦਾ, ਸੈਂਟਰ ਦੀ ਸਕੀਮ ਹੈ, ਪੰਜਾਬ ਸਟੇਟ ਵੀ ਹਿੱਸਾ ਪਾਉਂਦਾ। ਉਹਦੇ 'ਚ ਇੰਨੀਆਂ ਬੋਗਸ ਕਲੇਮ ਹੋਏ ਆ ਪਿਛਲੇ ਦਿਨਾਂ 'ਚ, ਉਹ ਬਿੱਲ ਆਏ ਜਿਹੜੇ, ਤੇ ਮਾਨ ਸਾਹਿਬ ਨੇ ਰੋਕ ਲਾਈ ਵੀ ਇਹ ਕਿੱਥੇ ਜਾ ਰਿਹਾ। ਐਕਚੁਅਲ ਜਿਹੜਾ ਗਰੀਬ ਹੈ ਉਹਨੂੰ ਤੇ ਮਿਲ ਨਹੀਂ ਰਿਹਾ। ਇਹਨਾਂ ਲੋਕਾਂ ਨੇ ਇੱਕ ਨੈਕਸਸ ਬਣਾ ਲਿਆ, ਪੂਰੀ ਲੌਬੀ ਬਣਾ ਲਈ, ਫਿਰ ਇਹਨਾਂ ਨੇ ਮਨਮਰਜ਼ੀਆਂ ਦੇ ਨਾਲ ਪੰਜਾਬ ਦੀ ਲੁੱਟ ਖਸੁੱਟ ਕੀਤੀ ਔਰ ਆਮ ਸਧਾਰਨ ਬੰਦੇ ਤੋਂ, ਚਾਹੇ ਉਹ ਇਲਾਜ ਹੈ ਉਹ ਵੀ ਦੂਰ ਕਰਤਾ, ਐਜੂਕੇਸ਼ਨ ਦੂਰ ਕਰਤੀ, ਨੌਕਰੀਆਂ ਦੂਰ ਕਰਤੀਆਂ, ਨੌਜਵਾਨ ਪਰੇਸ਼ਾਨ ਹੋ ਗਏ, ਮਾਈਗ੍ਰੇਸ਼ਨ ਹੋਣ ਲੱਗੀ। ਅਨਨੈਸੈਸਰੀ ਮਤਲਬ ਅਸੀਂ ਖਰਚਾ ਨਹੀਂ ਕਰ ਰਹੇ ਔਰ ਕਟੌਤੀ ਕਰ ਰਹੇ ਹਾਂ। ਔਰ ਇਹ ਲਾਈਫ ਸਟਾਈਲ ਜਿਹੜਾ ਸਾਡੇ ਮੰਤਰੀਆਂ ਦਾ, ਸਾਡੇ MLA ਸਾਹਿਬਾਨਾਂ ਦਾ, ਉਹ ਤੁਸੀਂ ਦੇਖੋਗੇ ਕੰਪੈਰੇਟਿਵਲੀ ਪਿਛਲੀਆਂ ਨਾਲੋਂ ਬਹੁਤ ਫਰਕ ਹੈ। ਬਦਲੇ ਦੀ ਭਾਵਨਾ ਵਾਲੇ ਐਗਜ਼ਾਮਪਲ ਤੇ ਪਿਛਲੀਆਂ ਸਰਕਾਰਾਂ ਦੇ ਰਹੇ ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ, ਈਵਨ ਅਸੀਂ ਤੇ ਆਪਣੀ ਪੋਲੀਟੀਕਲ ਜਮਾਤ ਨੂੰ ਵੀ ਸ਼ਾਮਿਲ ਕਰ ਰਹੇ ਹਾਂ ਉਹਦੇ 'ਚ, ਜਿਹਨੂੰ ਅਸੀਂ ਬਿਲੋਂਗ ਕਰਦੇ ਹਾਂ। ਇਹ ਕੁਛ ਕੁ ਲੋਕ ਹੁੰਦੇ ਆ, ਸਾਰੇ ਨਹੀਂ ਹੁੰਦੇ ਜਿਹੜੇ ਬਲੈਕ ਸ਼ੀਪ ਹੈ। ਜਿਹੜਾ ਵੀ ਕੋਈ ਹਸਤੀ ਆ, ਨਹੀਂ ਹਸਤੀ, ਲੀਡਰ ਹੈ, ਬਿਊਰੋਕਰੇਟ ਹੈ, ਕੋਈ ਵੀ ਹੈ, ਕਰਮਚਾਰੀ ਹੈ, ਜੇ ਉਹ ਪੰਜਾਬ ਦੀ ਲੁੱਟ ਖਸੁੱਟ ਲਈ ਜ਼ਿੰਮੇਵਾਰ ਹੈ ਨਾ ਜੀ, ਉਹਨੂੰ ਬਿਲਕੁਲ ਅਕੋਰਡਿੰਗ ਟੂ ਲਾਅ, ਰੂਲ ਆਫ ਲਾਅ ਹੈ ਪੰਜਾਬ 'ਚ, ਅਕੋਰਡਿੰਗ ਟੂ ਲਾਅ ਉਹਨੂੰ ਸਜ਼ਾ ਮਿਲੂਗੀ। ਆਮਣ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਹਨ ਮਲਵਿੰਦਰ ਸਿੰਘ ਕੰਗ, ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਅਨੰਦਪੁਰ ਲੋਕ ਸਭਾ ਹਲਕੇ ਦੇ ਇੰਚਾਰਜ। ਜਿੱਥੇ ਤੱਕ ਸਵਾਲ ਹੈ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ, ਉਸ ਮੁੱਦੇ ਤੇ ਵੀ ਸਵਾਲ ਲਏ ਜਾ ਸਕਦੇ ਹੈ, ਪਰ ਅੱਜ ਆਪਾਂ ਇਹਨਾਂ ਨਾਲ ਸਮੁੱਚੇ ਤੌਰ ਤੇ ਪੰਜਾਬ ਦੀ ਪਰਿਸਥਿਤੀ, ਸਰਕਾਰ ਦੀ ਪਰਫਾਰਮੈਂਸ, ਉਹਨਾਂ ਬਾਰੇ ਕਰਾਂਗੇ ਚਰਚਾ। ਕੰਗ ਸਾਹਿਬ, ਸਾਡੇ ਚੈਨਲ ਤੇ ਆਉਣ ਲਈ, ਪੈਨਲ ਤੇ ਆਉਣ ਲਈ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਹਾਂ, ਬਹੁਤ ਬਹੁਤ ਧੰਨਵਾਦ, ਵੈਲਕਮ ਤੁਹਾਡਾ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਦਰਸ਼ਕਾਂ ਨੂੰ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਮਿਹਰਬਾਨੀ। ਕੰਗ ਸਾਹਿਬ, ਜਿਸ ਮੁੱਦੇ ਤੇ ਮੈਂ ਸਵਾਲ ਪਹਿਲਾਂ ਜਿਸ ਦਾ ਸੰਕੇਤ ਵੀ ਦਿੱਤਾ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਤਕਰੀਬਨ 5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਜੇ ਆਪਾਂ ਸਮੁੱਚੇ ਤੌਰ ਤੇ ਇਸ ਦੀ ਪਰਫਾਰਮੈਂਸ ਨੂੰ ਦੇਖੀਏ, ਕਾਰਗੁਜ਼ਾਰੀ ਨੂੰ, ਤਾਂ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਬੁਨਿਆਦੀ ਤੌਰ ਤੇ ਜਦੋਂ ਆਪਾਂ ਇਹਦਾ ਪੂਰਾ ਮੁਲਾਂਕਣ ਕਰਦੇ ਹਾਂ ਪਿਛਲੇ ਤਕਰੀਬਨ 4 ਤੇ 4.5 ਮਹੀਨਿਆਂ ਦਾ, 5 ਮਹੀਨੇ ਹੋਣ ਵਾਲੇ 23 ਅਗਸਤ ਤੱਕ, ਤੇ ਇਹਦੇ 'ਚ ਇਹ ਫਰਕ ਆਇਆ ਹੈ ਵੀ ਇੱਕ ਤੇ ਪੰਜਾਬ 'ਚ ਸਰਕਾਰ ਦਾ, ਜਿਹੜੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਇੱਕ ਸਰਕਾਰ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ, ਜਿਹੜੀ ਇੱਕ ਨੁਮਾਇੰਦਾ ਹੁੰਦਾ ਲੋਕਾਂ ਦਾ, ਉਹਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹਦਾ ਲੋਕਾਂ ਨਾਲ ਰਾਬਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਗਵਰਨੈਂਸ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਔਰ ਖਾਸ ਕਰ ਜਿਹੜੀ ਉਹਨਾਂ ਦੀ ਪੂਰੀ ਟੀਮ ਹੈ, ਉਹਦਾ ਕੰਮ ਕਰਨ ਦਾ ਜੋ ਤਰੀਕਾ ਹੈ, ਨਜ਼ਰੀਆ ਹੈ, ਉਹਦੇ 'ਚ ਮਾਨ ਸਾਹਿਬ ਨੇ ਔਰ ਮਾਨ ਸਾਹਿਬ ਦੀ ਪੂਰੀ ਟੀਮ ਨੇ ਇੱਕ ਬੜਾ ਐਗਜ਼ਾਮਪਲਰੀ ਪੇਸ਼ ਕੀਤਾ ਹੈ ਵੀ ਹਰੇਕ ਡਿਪਾਰਟਮੈਂਟ ਦੇ ਮੰਤਰੀ ਨੇ ਔਰ ਉਹਨਾਂ ਦੀ ਸਾਰੀ ਟੀਮ ਨੇ ਬੁਨਿਆਦੀ ਤੌਰ ਤੇ ਪੂਰੇ ਢਾਂਚੇ ਨੂੰ ਠੀਕ ਕਰਨ ਵਾਸਤੇ, ਦਰੁਸਤ ਕਰਨ ਵਾਸਤੇ ਕਾਰਗੁਜ਼ਾਰੀ ਕਵਾਇਦ ਸ਼ੁਰੂ ਕਰਤੀ ਹੈ। ਜੀ ਕੰਗ ਸਾਹਿਬ, ਬਿਲਕੁਲ ਤੁਸੀਂ ਪਰਫਾਰਮੈਂਸ ਦੇ ਮੁੱਦੇ ਤੇ ਗੱਲ ਕਰ ਰਹੇ ਹੋ, ਮੈਂ ਉਸੇ ਮਾਮਲੇ ਤੇ ਸਵਾਲ ਲੈਣਾ ਚਾਹਾਂਗਾ। ਜਦੋਂ ਆਪਾਂ ਕਹਿੰਦੇ ਹਾਂ ਕਿ ਪਰਫਾਰਮੈਂਸ ਇੰਨੀ ਵਧੀਆ, 5 ਮਹੀਨੇ ਦਾ ਸਮਾਂ ਹੋ ਗਿਆ, ਤਾਂ ਮੁੱਖ ਮੰਤਰੀ ਆਪਣੇ ਜੱਦੀ ਹਲਕੇ ਸੰਗਰੂਰ ਦੇ ਵਿੱਚ ਲੋਕ ਸਭਾ ਦੀ ਸੀਟ ਕਿਉਂ ਹਾਰਦੇ? ਦੇਖੋ, ਪਰਫਾਰਮੈਂਸ ਤੇ 5 ਸਾਲਾਂ ਬਾਅਦ ਮੁਲਾਂਕਣ ਹੋਊਗਾ ਜੀ। ਚੁਣੌਤੀਆਂ ਵੀ ਬੜੀਆਂ ਆ, ਮੁਸ਼ਕਲਾਂ ਵੀ ਬੜੀਆਂ ਆ, ਤੇ ਸਿੱਧੂ ਸਾਹਿਬ ਲੇਕਿਨ ਸਰਕਾਰ ਦੀ ਜਿਹੜੀ ਕਮਿਟਮੈਂਟ ਹੈ ਜਾਂ ਨੀਅਤ ਹੈ ਉਹ ਸਪਸ਼ਟ ਹੈ। ਸੰਗਰੂਰ ਦੇ ਇਲੈਕਸ਼ਨ ਦੇ ਕਾਰਨ 2-3 ਮੋਟੇ ਤੌਰ ਤੇ ਸਾਹਮਣੇ ਆਏ ਆ। ਇੱਕ ਤੇ ਵੋਟਿੰਗ ਪਰਸੈਂਟੇਜ ਜਿਹੜਾ ਹੈ ਉੱਥੇ ਬੜਾ ਲੋ ਰਿਹਾ ਹੈ, ਬਹੁਤ ਘੱਟ ਰਿਹਾ, ਤਕਰੀਬਨ 40 ਤੋਂ 45% ਵੋਟ। ਔਰ ਦੂਜਾ, ਅਕਾਲੀ ਦਲ ਔਰ ਕਾਂਗਰਸ ਦਾ ਜਿਹੜਾ ਬੁਨਿਆਦੀ ਵੋਟ ਬੈਂਕ ਸੀ
ਜਾਂ ਬੇਸਿਕ ਵੋਟ ਬੈਂਕ ਸੀ, ਉਹਦੇ 'ਚ ਬਹੁਤ ਵੱਡੀ ਢਾਹ ਲੱਗੀ ਆ। ਉਹ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਹੋਣਾ ਵੱਲ ਟਰਨ ਹੋਇਆ, ਚਲੀ ਗਈ ਔਰ ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ। ਤੀਸਰਾ, ਕਿਤੇ ਨਾ ਕਿਤੇ ਇਹ ਬਿਲਕੁਲ ਜਿਹੜਾ ਸਿੱਧੂ ਮੂਸੇਵਾਲਾ ਸਾਹਿਬ ਜਿਹੜੇ ਸਾਡੇ ਬੜੇ ਹੋਣਹਾਰ ਸਿੰਗਰ ਸੀ, ਉਹਨਾਂ ਦੀ ਜਿਸ ਤਰ੍ਹਾਂ ਦੁਖਦਾਈ ਮੌਤ ਹੁੰਦੀ ਹੈ ਜਾਂ ਮਰਡਰ ਹੁੰਦਾ ਹੈ, ਉਹਦਾ ਇੰਪੈਕਟ ਵੀ ਨੌਜਵਾਨੀ ਵਰਗ 'ਤੇ ਕਿਤੇ ਨਾ ਕਿਤੇ ਸੀਗਾ। ਜਿਹੜੇ ਉਹ ਸਵਾਲ ਉੱਠੇ, ਨੋ ਡਾਊਟ ਉਹਦੇ 'ਚ ਸਰਕਾਰ ਦੀ ਇੰਟੈਂਸ਼ਨ ਕੋਈ ਗਲਤ ਨਹੀਂ ਸੀ ਡੈਫੀਨੇਟਲੀ, ਲੇਕਿਨ ਉਹਦਾ ਇੱਕ ਇੰਪੈਕਟ ਤੇ ਹੋਇਆ, ਬਿਲਕੁਲ ਮੌਕੇ ਤੇ ਵਾਪਰਿਆ ਮੰਦਭਾਗਾ। ਹਾਂ, ਮੰਦਭਾਗੀ ਹੋਈ ਗੱਲ ਔਰ ਉਹਦਾ ਖਮਿਆਜਾ ਸਾਨੂੰ ਜਿਹੜਾ ਉਠਾਉਣਾ ਪਿਆ। ਜੀ ਬਿਲਕੁਲ, ਜਿੱਦਾਂ ਫੌਰੀ ਘਟਨਾਵਾਂ ਵਾਪਰੀਆਂ ਉਹ ਵੱਖਰੀ ਗੱਲ ਹੈ, ਪਰ ਮੈਂ ਕੰਗ ਸਾਹਿਬ ਤੁਹਾਡਾ ਧਿਆਨ ਉਸ ਵੱਲ ਦਿਵਾਉਣਾ ਚਾਹੁੰਦਾ। ਜਦੋਂ ਆਪਾਂ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਲੋਕਾਂ ਨਾਲ ਵਾਅਦੇ ਕਰ ਰਹੀ ਸੀ, ਆਪਾਂ ਰੁਜ਼ਗਾਰ ਦੀ ਗੱਲ ਕੀਤੀ, ਆਪਾਂ ਕਿਸਾਨੀ ਦੇ ਮੁੱਦੇ ਤੇ ਗੱਲ ਕੀਤੀ, ਆਪਾਂ ਸਿਹਤ ਸਹੂਲਤਾਂ ਦੀ ਗੱਲ ਕੀਤੀ, ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਸਿੱਖਿਆ ਖੇਤਰ ਦੀ ਗੱਲ ਕੀਤੀ। ਉਹਨਾਂ ਮੁੱਦਿਆਂ ਬਾਰੇ ਪਰਫਾਰਮੈਂਸ ਨੂੰ ਲੈ ਕੇ ਦੇਖੋ, ਬਿਲਕੁਲ ਸਹੀ ਕਹਿ ਰਹੇ ਹੋ ਕਿ 5 ਮਹੀਨੇ ਦਾ ਸਮਾਂ, ਤੁਸੀਂ 5 ਸਾਲ ਦੀ ਗੱਲ ਕਰਦੇ ਹੋ। ਆਪਾਂ ਵੀ ਇਹ ਮੰਨਦੇ ਹਾਂ ਕਿ 5 ਮਹੀਨੇ 'ਚ 5 ਸਾਲ ਕਵਰ ਨਹੀਂ ਹੋ ਸਕਦੇ, ਪਰ ਇਹਨਾਂ ਮੁੱਦਿਆਂ ਤੇ ਵਿਰੋਧੀਆਂ ਦਾ ਕਹਿਣਾ ਹੈ ਕਿ ਜਿਵੇਂ ਪੰਜਾਬੀ 'ਚ ਕਹਿੰਦੇ ਆ ਕਿ ਅਜੇ ਉਹ ਵੋਟੇ 'ਚੋਂ ਜਿਹੜੀ ਪੂਣੀ ਵੀ ਨਹੀਂ ਕੱਤੀ। ਦੇਖੋ ਜੀ ਸਾਹਿਬ, ਪਿਛਲੀਆਂ ਸਰਕਾਰਾਂ ਨੂੰ ਕੰਪੇਅਰ ਕਰਾਂਗੇ ਤੇ 4-5 ਮਹੀਨੇ ਤੇ ਹਨੀਮੂਨ ਪੀਰੀਅਡ 'ਚ ਹੀ ਨਿਕਲ ਜਾਂਦੇ ਆ। ਮਾਨ ਸਾਹਿਬ ਦੀ ਸਰਕਾਰ ਨੇ ਜਿੱਥੇ ਸਰਕਾਰੀ ਜ਼ਮੀਨਾਂ 9000 ਏਕੜ ਤੋਂ ਵੱਧ ਛੁਡਵਾਈਆਂ, ਅਦਰਵਾਈਜ਼ ਪਿਛਲੇ ਟਾਈਮ ਦਾ ਜੇ ਸਾਰਾ ਇਤਿਹਾਸ ਪੜਚੋਲ ਕਰੋਗੇ ਤੇ ਲੱਗੂਗਾ ਸੱਤਾ 'ਚ ਆ ਕੇ ਲੋਕ ਸਰਕਾਰੀ ਖਜ਼ਾਨੇ ਨੂੰ ਲੁੱਟ ਖਸੁੱਟ ਵੱਲ ਵੱਧ ਧਿਆਨ ਹੁੰਦਾ ਹੈ। ਦੂਜਾ, ਉਹਨਾਂ ਨੇ ਜਿਹੜੇ ਕੁਝ ਫੈਸਲੇ ਲਏ, ਅਹਿਮ ਫੈਸਲੇ, ਚਾਹੇ ਇੱਕ MLA ਇੱਕ ਪੈਨਸ਼ਨ ਦੀ ਗੱਲ ਹੈ, ਚਾਹੇ ਰੇਤ ਮਾਫੀਆ ਨੂੰ ਠੱਲ ਪਾਉਣ ਲਈ ਇਲੀਗਲ ਖੱਡਾਂ ਸਾਰੀਆਂ ਬੰਦ ਕੀਤੀਆਂ ਗਈਆਂ, ਟਰਾਂਸਪੋਰਟ ਮਾਫੀਆ ਜਿਹੜਾ ਇੱਕ ਵੱਡੇ ਸਤਰ ਤੇ ਕੰਮ ਕਰ ਰਿਹਾ ਸੀ ਪੰਜਾਬ 'ਚ, ਉਹਦੇ ਤੇ ਬਹੁਤ ਵੱਡੇ ਸਤਰ ਤੇ ਰੋਕ ਲੱਗੀ ਹੈ। ਹੁਣ ਆਮ ਤੌਰ ਤੇ ਤੁਸੀਂ ਪੰਜਾਬ 'ਚ ਜਾਓਗੇ ਤੇ ਸਰਕਾਰੀ ਬੱਸਾਂ ਦੀ ਤਾਦਾਦ ਜ਼ਿਆਦਾ ਦਿਖਦੀ ਆ, ਪ੍ਰਾਈਵੇਟ ਘਟ ਗਈ ਹੈ। ਇਹ ਮਤਲਬ ਬੜੀ ਜੈਨੂਅਨ ਜੀ ਗੱਲ ਹੈ, ਇਹ ਫਰਕ ਦਿਖ ਰਿਹਾ ਹੈ। ਨੌਕਰੀਆਂ ਦੀ ਜਿਸ ਤਰ੍ਹਾਂ ਗੱਲ ਹੈ, ਮਾਨ ਸਾਹਿਬ ਨੇ ਜਿਹੜੀ 25000 ਨਵੀਆਂ ਨੌਕਰੀਆਂ ਤੇ 36000 ਦੇ ਕਰੀਬ ਜਿਹੜੇ ਸਾਡੇ ਕੱਚੇ ਮੁਲਾਜ਼ਮ ਹੈ, ਜਿਹੜੇ ਕਦੀ ਕਿਤੇ ਬਠਿੰਡੇ ਪ੍ਰੋਟੈਸਟ ਕਰ ਰਹੇ, ਕਦੀ ਲੰਬੀ ਕਰ ਰਹੇ, ਕਦੀ ਸੰਗਰੂਰ ਕਰ ਰਹੇ, ਕਦੀ ਪਟਿਆਲੇ ਕਰ ਰਿਹਾ, ਉਹਦੀ ਕਵਾਇਦ ਸ਼ੁਰੂ ਕਰਤੀ ਆ। ਲੇਕਿਨ ਉਹਦੇ 'ਚ ਅਸੀਂ ਚਾਹੁੰਦੇ ਹਾਂ, ਮਾਨ ਸਾਹਿਬ ਦੀ ਸਰਕਾਰ ਦਾ ਇਹ ਮੰਨਣਾ, ਕਿਸੇ ਤਰ੍ਹਾਂ ਦੀ ਲੀਗਲ ਕੰਪਲਿਕੇਸ਼ਨ ਨਾ ਆਵੇ। ਅੱਜ ਕਿਸੇ ਨੂੰ ਅਲੋਟਮੈਂਟ ਲੈਟਰ ਜਾਰੀ ਹੋ ਜਾਏ ਤੇ ਕੱਲ੍ਹ ਨੂੰ ਉਹ ਫਿਰ ਬੰਦਾ ਲਟਕ ਜੇ ਮਾਮਲਾ ਕੋਰਟ। ਇਸ ਕਰਕੇ ਸਬ ਕਮੇਟੀ ਇੱਕ ਬਣਾਈ ਗਈ ਹੈ, ਚੀਮਾ ਸਾਹਿਬ ਦੀ ਅਗਵਾਈ ਜਿਹੜੇ ਫਾਈਨੈਂਸ ਮਿਨਿਸਟਰ ਹੈ। ਔਰ ਸਾਡਾ ਤੇ ਦੂਜੀਆਂ ਸਰਕਾਰਾਂ ਦਾ ਇਹ ਫਰਕ ਹੈ ਵੀ ਅਸੀਂ ਸਰਕਾਰ ਦੇ ਆਉਣ ਤੋਂ ਵਿਦਿਨ 3 ਮੰਥ ਨੌਕਰੀਆਂ ਦੇਣ ਦਾ ਪ੍ਰੋਸੈਸ ਸ਼ੁਰੂ ਕਰਤਾ। ਅਦਰਵਾਈਜ਼ ਪੁਰਾਣਾ ਜੇ ਪੂਰਾ ਇਤਿਹਾਸ ਦੇਖੋਗੇ ਤੇ ਉਹ ਲਾਸਟ ਦੇ 6 ਮਹੀਨਿਆਂ 'ਚ ਇਹ ਗੱਲਾਂ ਹੁੰਦੀਆਂ। ਸੋ ਇਹ ਔਰ ਕਰਪਸ਼ਨ ਨੂੰ ਲੈ ਕੇ ਖਾਸ ਕਰ ਸਭ ਤੋਂ ਵੱਧ ਪੀੜਿਤ ਜਿਹੜੇ ਆਪਣੇ ਪੰਜਾਬ ਦੇ ਲੋਕ ਸੀ ਉਹ ਕਰਪਸ਼ਨ ਨਾਲ ਸੀ। ਜੇ ਥਾਣੇ ਕਚਹਿਰੀਆਂ 'ਚ, ਸਰਕਾਰੀ ਦਫ਼ਤਰਾਂ 'ਚ ਕਿਤੇ ਵੀ ਚਲੇ ਜਾਓ ਤੇ ਲੋਕਾਂ ਨੂੰ ਲੱਗਦਾ ਸੀ ਵੀ ਬਿਨਾਂ ਪੈਸੇ ਤੋਂ ਜਿਹੜਾ ਹੈ ਕੋਈ ਕੰਮ ਨਹੀਂ ਹੋਣਾ। ਉਹਦੇ ਤੇ ਵੱਡੇ ਸਤਰ ਤੇ ਫਰਕ ਲੱਗੀ ਆ, ਪਾਬੰਦੀ ਲੱਗੀ ਆ। ਇੱਕ ਸਿੱਧੂ ਸਾਹਿਬ, ਸਰਕਾਰੀ ਅਦਾਰਿਆਂ 'ਚ ਇੰਟਰਫਰੈਂਸ, ਰਾਜਨੀਤਿਕ ਇੰਟਰਫਰੈਂਸ ਬਹੁਤ ਘਟਿਆ। ਇਹ ਬਹੁਤ ਵੱਡੀ ਗੱਲ ਸੀ, ਚਾਹੇ ਪੁਲਿਸ ਨੂੰ ਲੈ ਲਓ, ਵਿਜੀਲੈਂਸ ਨੂੰ ਲੈ ਲਓ, ਜਾਂ ਬਾਕੀ ਚਾਹੇ ਕੋਈ ਵੀ ਮਹਿਕਮਾ ਚੱਕ ਲਓ, ਉਹਨਾਂ ਨੂੰ ਇੰਡੀਪੈਂਡੈਂਟਲੀ ਕੰਮ ਕਰਨ ਨਹੀਂ ਦਿੱਤਾ ਜਾਂਦਾ। ਤੇ ਔਰ ਜਣਾ ਖੜਾ ਲੀਡਰ ਜਿਹੜਾ ਪੰਜਾਬ 'ਚ ਸੀਗਾ ਉਹ ਸਿਕਿਉਰਿਟੀ ਲੈ ਕੇ ਤੇ ਹੁਰਲ ਕਰਦਾ ਫਿਰਦਾ ਸੀ। ਇੱਕ ਸ਼ਾਂਤੀ ਬਣੀ ਆ। ਈਵਨ ਸਾਡੇ ਵਿਰੋਧੀਆਂ ਦੇ ਜਿਹੜੇ ਵਰਕਰ ਜਾਂ ਲੀਡਰ ਹੈ ਨਾ, ਅਕਾਲੀ ਦਲ, ਕਾਂਗਰਸ, ਉਹ ਵੀ ਕਹਿੰਦੇ ਆ ਜੇ ਸਾਡੀ ਸਰਕਾਰ ਆਉਂਦੀ ਤੇ ਅਸੀਂ ਉਹਨਾਂ ਦੇ ਪਰਚੇ ਠੋਕਦੇ ਸੀ। ਉਹ ਚੀਜ਼ ਕੰਗ ਸਾਹਿਬ, ਬਹੁਤ ਵੱਡੀ ਤਬਦੀਲੀ ਦੀ ਤੁਸੀਂ ਗੱਲ ਕਰ ਰਹੇ ਹੋ। ਕੁਝ ਗੱਲਾਂ ਜਿਹੜੀਆਂ ਪਹਿਲੀਆਂ ਸਰਕਾਰਾਂ ਤੇ ਇਸ ਸਰਕਾਰ 'ਚ ਕਾਮਨ ਹੈ, ਜਦੋਂ ਤੁਸੀਂ ਰੁਜ਼ਗਾਰ ਦੀ ਗੱਲ ਕੀਤੀ, ਇਸ ਪਾਸੇ ਵਾਲਾ ਜੇ ਕਾਫੀ ਕੁਝ ਕਰਨ ਦੀ ਜ਼ਰੂਰਤ ਹੈ। ਇੱਕ ਗੱਲ ਸਾਰੀਆਂ ਸਰਕਾਰਾਂ 'ਚ ਸਾਂਝੀ ਮੈਨੂੰ ਲੱਗਦਾ ਹੈ ਕਿ ਪਿਛਲੀਆਂ ਸਰਕਾਰਾਂ ਵੀ ਜਦੋਂ ਰੁਜ਼ਗਾਰ ਮੰਗਣ ਆਉਂਦੀਆਂ ਸੀ ਤਾਂ ਜਿਹੜੇ ਰੁਜ਼ਗਾਰ ਮੰਗਣ ਆਉਂਦੇ ਸੀਗੇ ਮੁੱਖ ਮੰਤਰੀ ਦੇ ਦਫ਼ਤਰ ਅੱਗੇ, ਮੰਤਰੀ ਦੇ ਦਫ਼ਤਰ ਅੱਗੇ, ਕੁੱਟ ਬੜੀ ਪੈਂਦੀ ਸੀ। ਤੇ ਕੁੱਟ ਹੁਣ ਤੁਹਾਡੇ ਵੇਲੇ ਵੀ ਬਹੁਤ ਪੈਂਦੀ ਨਹੀਂ। ਦੇਖੋ, 2 ਮੀਟਿੰਗਾਂ, 2 ਵਾਰ ਕਿਸਾਨਾਂ ਦੇ ਧਰਨੇ ਲੱਗੇ ਤੇ ਦੋਨਾਂ ਮੀਟਿੰਗਾਂ 'ਚ ਮੁੱਖ ਮੰਤਰੀ ਜੀ ਨੇ ਆਪ ਆ ਕੇ ਇਮੀਡੀਏਟਲੀ ਇੰਟਰਵੀਨ ਕਰਕੇ ਔਰ ਮਸਲੇ ਹੱਲ ਕਰਾਏ ਆ। ਗੰਨਾ ਕਿਸਾਨ ਕਿੰਨੇ ਸਾਲਾਂ ਤੋਂ ਸੜਕਾਂ ਤੇ ਸੀ। ਮਾਨ ਸਾਹਿਬ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਨੇ 100 ਕਰੋੜ ਰਿਲੀਜ਼ ਕਰਤਾ ਤੇ 7 ਸਤੰਬਰ ਤੱਕ ਜਿੰਨਾ ਗੰਨਾ ਬਕਾਇਆ ਪੇਮੈਂਟ ਕਿਸਾਨਾਂ ਦੀ ਉਹ ਦੇ ਦਿੱਤੀ ਜਾਊਗੀ। ਸੋ ਉਹਨਾਂ ਦਾ ਮਤਲਬ ਇਹ ਆ ਵੀ ਕਿਸਾਨ ਹੋਵੇ, ਜਵਾਨ ਹੋਵੇ, ਚਾਹੇ ਸਾਡਾ ਕਰਮਚਾਰੀ ਆ। ਲਾਸਟ ਕੈਬਨਿਟ ਤੋਂ ਬਾਅਦ ਸਿੱਧੂ ਸਾਹਿਬ, ਮਾਨ ਸਾਹਿਬ, ਮੁੱਖ ਮੰਤਰੀ ਜੀ ਨੇ ਮੀਡੀਆ 'ਚ ਆ ਕੇ ਗੱਲ ਕਹੀ,
ਜਿਹੜੇ ਸਾਡੇ ਕਰਮਚਾਰੀ ਆ ਪੱਕੇ ਨਹੀਂ ਹੋਏ, ਜਿਹੜੇ ਧਰਨਾ ਪ੍ਰਦਰਸ਼ਨ ਜਿਨ੍ਹਾਂ ਵੱਲ ਤੁਸੀਂ ਇਸ਼ਾਰਾ ਕੀਤਾ ਵੀ ਤੁਹਾਡਾ ਕੇਸ ਮੈਂ ਲੜ ਰਿਹਾ, ਤੁਸੀਂ ਥੋੜ੍ਹਾ ਜਿਹਾ ਸਾਨੂੰ ਟਾਈਮ ਦੇਣਾ ਚਾਹੀਦਾ। ਅਸੀਂ ਕਿਤੇ ਭੱਜ ਨਹੀਂ ਚੱਲੇ, ਲੇਕਿਨ ਇਹਨਾਂ ਨੌਜਵਾਨਾਂ ਦੇ ਬਿਹਤਰੀ ਵਾਸਤੇ ਵੀ ਲੀਗਲ ਕੰਪਲਿਕੇਸ਼ਨਸ ਨਾ ਆਉਣ, ਉਹ ਨੌਕਰੀ ਸਾਰਿਆਂ ਨੂੰ ਮਿਲੇ। 36,000 ਨੌਕਰੀ ਜਿਹੜੀ ਗੱਲ ਕੀਤੀ ਆ ਕਾਫੀ, ਉਹ ਮਾਨ ਸਾਹਿਬ। ਸੋ ਇਹ ਬਹੁਤ ਬੁਨਿਆਦੀ ਸਾਡਾ ਫਰਕ ਹੈ, ਪਰ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਰਾਤੋਂ ਰਾਤ ਬਹੁਤ ਵੱਡਾ ਚਮਤਕਾਰ ਕੀਤਾ। ਲੇਕਿਨ ਜਿੰਨੇ ਵੀ ਫੈਸਲੇ ਹੋਏ ਆ, ਚਾਹੇ ਉਹ MSP ਦੇਣ ਦੀ ਗੱਲ ਆ, ਦੇਖੋ ਕਿਹੜਾ MSP ਪਹਿਲਾਂ ਕੋਈ ਸ਼ੁਰੂਆਤ ਨਹੀਂ ਕਰਦਾ ਸੀ। ਇਨਸੈਂਟਿਵ ਦਿੱਤਾ ਪਾਣੀ ਬਚਾਉਣ ਲਈ, ਪੰਜਾਬ ਸਰਕਾਰ ਨੇ ਪਾਣੀ ਬਚਾਉਣ ਲਈ ਇਨਸੈਂਟਿਵ ਦਿੱਤਾ ਵੀ ਕਿਸਾਨਾਂ ਨੂੰ ਸਿੱਧੀ ਬਿਜਾਈ ਕਰੋ। ਸੋ ਇਹ ਸ਼ੁਰੂਆਤ ਹੈ ਨਾ। ਮੂੰਗੀ ਤੇ ਦਿੱਤਾ। ਰਾਜ ਸਭਾ 'ਚ ਇਸ ਵਾਰ ਸਾਡੇ ਰਾਜ ਸਭਾ ਮੈਂਬਰਸ ਨੇ, ਚਾਹੇ ਉਹ ਪਾਣੀ ਦਾ ਮਸਲਾ ਆ, GST ਦਾ ਮਸਲਾ ਆ, ਬੜੇ ਜ਼ੋਰ ਸ਼ੋਰ ਨਾਲ ਚੱਕਿਆ। ਇਹਨਾਂ ਮੁੱਦਿਆਂ ਤੇ ਕੰਗ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਕਿ ਵੱਡੀਆਂ ਪ੍ਰਾਪਤੀਆਂ ਹੈਗੀਆਂ, ਕੁਝ ਪ੍ਰਾਪਤੀਆਂ ਨਜ਼ਰ ਵੀ ਆਉਂਦੀਆਂ, ਇਹਦੇ ਬਾਰੇ ਵੀ ਕੋਈ ਦੋ ਰਾਏ ਨਹੀਂ। ਜੋ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋ, ਭ੍ਰਿਸ਼ਟਾਚਾਰ ਨੂੰ ਠੱਲ ਵੀ ਪਈ ਹੈ, ਪਰ ਕਿਧਰੇ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਇੰਨਾ ਤੁਸੀਂ ਵਿਰੋਧੀਆਂ ਨੂੰ ਡਰਾਤਾ ਹੈ। ਕਾਂਗਰਸ ਦੇ ਕਈ ਮੰਤਰੀ, ਕਈ ਸਾਬਕਾ ਵਿਧਾਇਕ, ਕਈ ਹੋਰ ਉਹ ਛੱਡ ਕੇ ਹੁਣ ਭਾਜਪਾ ਦੀ ਸ਼ਰਨ 'ਚ ਚਲੇ ਜਾਂਦੇ ਆ। ਇੰਨੀ ਦਹਿਸ਼ਤ ਪਾਤੀ ਤੁਸੀਂ। ਸਿੱਧੂ ਸਾਹਿਬ, ਮਤਲਬ ਫੈਕਚੁਅਲ ਗੱਲ ਇਹ ਆ, ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਫਾਈਨੈਂਸ ਮਿਨਿਸਟਰ ਸਾਹਿਬ ਇੱਕ ਦਿਨ ਕਹਿ ਰਹੇ ਸੀ ਇੱਕ ਮੀਟਿੰਗ 'ਚ, ਮੇਰੇ ਕੋਲ ਇੱਕ ਫਾਈਲ ਆਈ ਵੀ ਕੁਛ ਪੇਮੈਂਟ ਜਿਹੜੀ ਆ ਸੈਲਰੀ ਨੂੰ ਲੈ ਕੇ ਕਲੀਅਰ ਕਰਨੀ ਆ। ਉਹਨਾਂ ਨੇ ਕਿਹਾ ਵੀ ਕਾਹਦੀ ਪੇਮੈਂਟ? ਉਹ ਕਹਿੰਦੇ ਵੀ ਆਊਟਸੋਰਸਿੰਗ ਰਾਹੀਂ ਨਾ ਕਰਮਚਾਰੀ ਰੱਖਿਆ। ਮਤਲਬ ਇਹ ਹੁੰਦਾ ਰਿਹਾ ਵੀ ਕਾਂਗਰਸ ਅਕਾਲੀਆਂ ਦੀ ਸਰਕਾਰ, ਜੇ ਕੋਈ ਬੰਦਾ ਗੋਆ ਗਿਆ, ਉਹਨੂੰ ਕੁੱਕ ਵਧੀਆ ਲੱਗ ਗਿਆ, ਕੁੱਕ ਲਿਆ, ਤੈਨੂੰ ਉੱਥੇ ਚੰਡੀਗੜ੍ਹ ਨੌਕਰੀ ਦਿੰਦਾ। ਕੋਈ ਮਾਲੀ ਵਧੀਆ ਲੱਗਿਆ, ਕੋਈ ਡਰਾਈਵਰ ਵਧੀਆ ਲੱਗਿਆ। ਆਊਟਸੋਰਸਿੰਗ ਇੱਕ ਬੈਕਡੋਰ ਐਂਟਰੀ ਸੀ, ਕੈਬਨਿਟ ਤੋਂ ਅਪਰੂਵਲ ਲੈ ਕੇ ਲੋਕ ਆਪਣੀਆਂ ਮਨਮਰਜ਼ੀਆਂ ਨਾਲ ਲੋਕਾਂ ਨੂੰ ਰੱਖਦੇ ਸੀ, ਜਿਹਦੇ 'ਚ ਕੋਈ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ। ਆਯੁਸ਼ਮਾਨ ਜਿਹੜੀ ਸਕੀਮ ਹੈ, ਉਹਦੇ ਸੈਂਟਰ ਵੀ ਹਿੱਸਾ ਪਾਉਂਦਾ, ਸੈਂਟਰ ਦੀ ਸਕੀਮ ਹੈ, ਪੰਜਾਬ ਸਟੇਟ ਵੀ ਹਿੱਸਾ ਪਾਉਂਦਾ। ਉਹਦੇ 'ਚ ਇੰਨੀਆਂ ਬੋਗਸ ਕਲੇਮ ਹੋਏ ਆ ਪਿਛਲੇ ਦਿਨਾਂ 'ਚ, ਉਹ ਬਿੱਲ ਆਏ ਜਿਹੜੇ, ਤੇ ਮਾਨ ਸਾਹਿਬ ਨੇ ਰੋਕ ਲਾਈ ਵੀ ਇਹ ਕਿੱਥੇ ਜਾ ਰਿਹਾ। ਐਕਚੁਅਲ ਜਿਹੜਾ ਗਰੀਬ ਹੈ ਉਹਨੂੰ ਤਾਂ ਮਿਲ ਨਹੀਂ ਰਿਹਾ। SC ਸਕਾਲਰਸ਼ਿਪ 'ਚ 2017 ਤੋਂ ਲੈ ਕੇ 20 ਤੱਕ 3000 ਕਰੋੜ ਸੈਂਟਰ ਕਹਿੰਦਾ ਅਸੀਂ ਭੇਜਿਆ। ਪਿਛਲੇ ਦਿਨਾਂ 'ਚ ਫਾਈਲ ਆਈ ਤੇ ਉਹਦੇ 'ਚ ਮਤਲਬ ਜਿਹੜੇ ਬੈਨੀਫੀਸ਼ਰੀ ਉਹਨਾਂ ਨੂੰ ਮਿਲਿਆ ਨਹੀਂ। ਸੋ ਮੇਰਾ ਕਹਿਣ ਤੋਂ ਭਾਵ ਹੈ ਵੀ ਇਹ ਜਿਹੜੇ ਲੋਕ ਡਰ ਰਹੇ ਨਾ, ਜਿਹੜਾ ਤੁਹਾਡਾ ਸਵਾਲ ਸੀ, ਇਹਨਾਂ ਨੇ ਕਰਤੂਤਾਂ ਹੀ ਇੰਨੀਆਂ ਕੀਤੀਆਂ ਤੇ ਇਹਨਾਂ ਨੂੰ ਡਰ ਇਹਨਾਂ ਦਾ ਵਾਜਿਬ ਹੈ। ਲੇਕਿਨ ਅਸੀਂ ਪੋਲੀਟੀਕਲ ਵੈਂਡੇਟਾ ਨਹੀਂ ਕੋਈ ਕਰਨਾ, ਲੇਕਿਨ ਪੰਜਾਬ ਲਈ ਲੁੱਟ-ਖਸੁੱਟ ਲਈ ਜੋ ਦੋਸ਼ੀ ਹੈ ਉਹਨੂੰ ਸਜ਼ਾ ਵੀ ਮਿਲੂ। ਅਜੇ ਜਿੱਦਾਂ ਆਉਂਦਾ ਮੀਡੀਆ 'ਚ ਮੁੱਖ ਮੰਤਰੀ ਭਗਵੰਤ ਮਾਨ ਕੋਈ ਫਾਈਲਾਂ ਹੋਰ ਵੀ ਦੇਖ ਰਹੇ ਹੈ, ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੱਥ ਪਾਏ ਜਾ ਸਕਦੇ ਹੈ ਕਿਸੇ ਸਾਬਕਾ ਮੰਤਰੀ ਜਾਂ ਸੰਤਰੀ ਨੂੰ? ਸਿੱਧੂ ਸਾਹਿਬ, ਪੰਜਾਬ ਦੇ ਲੋਕਾਂ ਦੀ ਮਾਨ ਸਾਹਿਬ ਤੋਂ ਇੱਕ ਤਵੱਕੋ ਆ ਵੀ ਜੋ ਟ੍ਰੈਡੀਸ਼ਨਲੀ ਚੱਲਦਾ ਆ ਰਿਹਾ ਸੀ, ਜੋ ਲੁੱਟ-ਖਸੁੱਟ ਹੁੰਦੀ ਰਹੀ ਸੀ, ਉਹਦੇ 'ਚ ਟਰਾਂਸਪੇਰੈਂਸੀ ਵੀ ਆਵੇ ਤੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਅਕੋਰਡਿੰਗ ਟੂ ਲਾਅ। ਇਹ ਸਾਡੀ ਜ਼ਿੰਮੇਵਾਰੀ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਵੀ ਸਾਡਾ ਪੂਰੀ ਕੰਸਨਟ੍ਰੇਸ਼ਨ ਹੀ ਇਹਦੇ 'ਤੇ ਆ। ਇਹਦੇ ਨਾਲ ਅਸੀਂ ਇੱਕ ਗਵਰਨੈਂਸ ਦੇਣ ਦੀ ਗੱਲ, ਜਿਸ ਤਰ੍ਹਾਂ ਮੈਂ ਤੁਹਾਨੂੰ ਐਗਰੀਕਲਚਰ ਦੇ ਫੈਸਲੇ ਸੁਣਾਏ, ਪਹਿਲੀ ਵਾਰ ਹੋਏ, ਪਹਿਲਾਂ ਨਹੀਂ ਹੋਏ। ਬਿਜਲੀ ਦੀ ਸਮੱਸਿਆ ਐਡੀ ਵੱਡੀ ਸੀ, ਹੁਣ ਮੈਂ ਤੁਹਾਨੂੰ ਇਹਦੇ ਨਾਲ ਹੀ ਜੋੜ ਦਿੰਦਾ। ਬਿਜਲੀ ਮੰਤਰੀ ਜੀ ਇੱਕ ਦਿਨ ਕਹਿ ਰਹੇ ਸੀ ਵੀ ਗੁਜਰਾਤ ਤੋਂ 5000 ਮੈਗਾਵਾਟ ਬਿਜਲੀ ਦਾ ਐਗਰੀਮੈਂਟ ਹੋਇਆ, 5 ਸਾਲ ਤੋਂ ਕੋਈ ਬਿਜਲੀ ਨਹੀਂ ਲਈ ਜਾ ਰਹੀ, ਪੈਸੇ ਦਿੱਤਾ ਗਿਆ। ਈਵਨ ਸਾਡਾ ਜਿਹੜਾ ਟਰਾਂਸਮਿਸ਼ਨ ਆ ਉਹਦੀ ਪਿਛਲੇ ਕਈ ਸਾਲਾਂ ਤੋਂ ਰਿਪੇਅਰ ਨਹੀਂ ਹੋਈ। ਇਸ ਵਾਰ ਬਿਜਲੀ, ਹਾਲਾਂਕਿ ਅਗਲੇ ਸਾਲ ਇਹਦੇ 'ਚ ਬਹੁਤ ਜ਼ਿਆਦਾ ਹੋਰ ਫਰਕ ਪੈਣਾ, ਬਿਜਲੀ ਦੀ ਸਪਲਾਈ ਬਹੁਤ ਵਧੀਆ ਹੋਈ, ਜਿਹਦੇ ਨਾਲ ਕਿਸਾਨਾਂ ਦਾ ਡੀਜ਼ਲ ਬਚਿਆ, ਕਿਸਾਨਾਂ ਦਾ ਲਾਗਤ ਕਮੀ ਆਈ ਹੈ। ਹਾਂ, ਇਹ ਲੁੱਟ-ਖਸੁੱਟ ਲਈ ਜਿੰਨੇ ਵੀ ਜ਼ਿੰਮੇਵਾਰ ਹੈ, ਚਾਹੇ ਉਹਦੇ, ਹੁਣ ਦੇਖੋ IAS ਅਫਸਰ ਵੀ ਅੰਦਰ ਜਾ ਰਿਹਾ, ਸਾਡਾ ਵਜ਼ੀਰ ਵੀ ਗਿਆ, ਸਾਬਕਾ ਵਜ਼ੀਰ ਵੀ ਗਿਆ, ਆਪਣਾ ਜਿਹੜੇ ਪਟਵਾਰੀ ਜਾ ਰਹੇ ਆ, ਤਹਿਸੀਲਦਾਰ ਜਾ ਰਹੇ, ਜਿਹੜਾ ਵੀ ਜ਼ਿੰਮੇਵਾਰ ਬੰਦਾ ਹੈ ਉਹਨੂੰ ਅਕੋਰਡਿੰਗ ਟੂ ਲਾਅ ਸਜ਼ਾ ਮਿਲੂਗੀ। ਹੋਰ ਜਾਣਗੇ? ਅਜੇ ਕੁਝ ਲੋਕਾਂ ਨੂੰ ਖਦਸ਼ਾ ਹੈਗਾ ਕਿ ਅਜੇ ਹੋਰ ਵੀ ਜਾਣਗੇ? ਨਹੀਂ, ਇਹਦੀ ਫਹਿਰਿਸਤ ਜਿਹੜੀ ਲਿਸਟ ਬੜੀ ਲੰਬੀ ਹੈ। ਆਪਣੀ ਮਜਬੂਰੀ ਇੱਕ ਬ੍ਰੇਕ ਲੈਣੀ ਪੈਣੀ ਹੈ। ਇੱਕ ਲੈਣੇ ਛੋਟੀ ਜਿਹੀ ਬ੍ਰੇਕ ਤੋਂ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਕਿਸ ਤਰ੍ਹਾਂ ਬਦਲਿਆ ਪੰਜਾਬ, ਕਿੱਦਾਂ ਬਣੇਗਾ ਰੰਗਲਾ ਪੰਜਾਬ? ਕਈ ਸਵਾਲ ਹੈ, ਕਰਾਂਗੇ ਕੰਗ ਸਾਹਿਬ ਨਾਲ ਬ੍ਰੇਕ ਦੇ ਬਾਅਦ। ਆਮਣ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਹਨ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ। ਆਪਾਂ ਲੈਣੇ ਸਵਾਲ ਉਹਨਾਂ ਦੇ ਨਾਲ। ਕੰਗ ਸਾਹਿਬ, ਤੁਸੀਂ ਬ੍ਰੇਕ ਤੋਂ ਪਹਿਲਾਂ ਕਿਸੇ ਵੱਡੇ ਮੁੱਦੇ ਤੇ ਚਰਚਾ ਕਰਨੀ ਚਾਹੁੰਦੇ ਸੀ। ਸਿੱਧੂ ਸਾਹਿਬ, ਕਈ ਐਸੇ ਇਲੀਗਲ ਟਰਸਟ ਬਣੇ ਆ ਪੰਜਾਬ 'ਚ ਪਿਛਲੇ ਸਾਲਾਂ 'ਚ, ਜਿਹਨੂੰ ਬਣਾ ਕੇ ਜਿਹਦੇ 'ਚ ਰਾਜਨੀਤਿਕ ਲੋਕ, ਵੱਡੇ ਸਰਮਾਏਦਾਰ ਸ਼ਾਮਿਲ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਬਹੁਤ ਕੀਮਤੀ ਜ਼ਮੀਨਾਂ ਜਿਹੜੀਆਂ ਸਰਕਾਰੀ ਅਲਾਟ ਕਰਾ ਲਈਆਂ। ਹੁਣ ਉਹ ਸਕੈਂਡਲ ਵੀ, ਉਹਦੀ ਜਾਂਚ ਹੋ ਰਹੀ ਹੈ। ਉਹਦੇ 'ਚ ਵੱਡੇ ਜਿਸ ਤਰੀਕੇ ਨਾਲ ਮੁਹਾਲੀ ਲਾਗੇ 2828 ਏਕੜ ਜਦੋਂ ਜ਼ਮੀਨ ਅਕਵਾਇਰ ਕੀਤੀ, ਔਰ ਮੁੱਖ ਮੰਤਰੀ ਜੀ ਉਸ ਦਿਨ ਗਏ,
ਹੁਣ ਉਹ ਕਿੱਡੇ ਕਿੱਡੇ ਵੱਡੇ ਨਾਮ ਆਏ ਆ ਉਹਨਾਂ 'ਚ ਜਿਹੜੇ ਆਪਣੇ ਆਪ ਨੂੰ ਪ੍ਰੋ ਪੰਜਾਬ ਤੇ ਬੜੇ ਖਾਲਿਸਤਾਨ ਦੇ ਸਮਰਥਕ ਤਾਂ ਉਹ ਹੈਗੇ ਆ, ਮਤਲਬ ਸਿੱਖਾਂ ਦੇ ਬੜੇ ਹਮਦਰਦ ਬਣਦੇ ਸੀ। ਲੇਕਿਨ ਇਹ ਉਹੀ ਲੋਕ ਹੈ ਜਿਨ੍ਹਾਂ ਨੇ ਸਿਰਫ ਤੇ ਸਿਰਫ ਆਪਣੇ ਰਸੂਖ ਨਾਲ ਸੱਤਾ 'ਚ ਰਹਿ ਕੇ ਭਾਈ ਭਤੀਜਾਵਾਦ ਦੇ ਨਾਤੇ, ਕਿਉਂਕਿ ਰਿਸ਼ਤੇਦਾਰੀਆਂ ਇਹਨਾਂ ਦੀਆਂ ਆਪਸ 'ਚ ਵੱਡੇ ਪਰਿਵਾਰਾਂ ਦੀਆਂ, ਪੰਜਾਬ ਦਾ ਸਰਮਾਇਆ ਲੁੱਟਿਆ। ਇਹਨਾਂ ਦੀਆਂ ਅਸਲੀਅਤ ਹੁਣ ਸਾਹਮਣੇ ਆ ਰਹੀ ਆ ਔਰ ਇਹ ਬੜਾ ਵੱਡਾ ਨੈਕਸਸ ਹੈ ਸਿੱਧੂ ਸਾਹਿਬ। ਸਾਨੂੰ ਥੋੜ੍ਹਾ ਜਿਹਾ ਇਹਦੇ 'ਤੇ ਟਾਈਮ ਇਸ ਕਰਕੇ ਲੱਗ ਰਿਹਾ ਕਿਉਂਕਿ ਇਹਨਾਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ, ਲੇਕਿਨ ਇੱਕ ਇੱਕ ਕਰਕੇ ਇਹ ਸਾਰੇ ਬੇਨਕਾਬ ਜਿਹੜੇ ਆ ਉਹ ਸਾਹਮਣੇ ਜ਼ਰੂਰ ਹੋਣ। ਕੰਗ ਸਾਹਿਬ, ਬਹੁਤ ਵੱਡਾ ਸਵਾਲ ਹੈ ਜਿਸ ਮੁੱਦੇ ਦੀ ਤੁਸੀਂ ਗੱਲ ਕਰ ਰਹੇ ਹੋ। ਜਿਹੜੇ ਦੁਨੀਆ ਭਰ 'ਚ ਬੈਠੇ ਪੰਜਾਬੀ ਤੁਹਾਨੂੰ ਦੇਖ ਰਹੇ ਆ, ਸੁਣ ਰਹੇ ਆ, ਇਸ ਮੁੱਦੇ ਤੇ ਜ਼ਰੂਰ ਉਹਨਾਂ ਦੇ ਮਨ 'ਚ ਵੀ ਇਹ ਸਵਾਲ ਹੋਏਗਾ, ਜਾਣਨਾ ਚਾਹੁੰਦੇ ਹੋਣਗੇ ਕਿ ਕਿੱਦਾਂ ਦੀ ਕੈਟਾਗਰੀ ਦੇ ਲੋਕ ਹੈ। ਦੇਖੋ, ਅਕਸਰ ਕਿਹਾ ਜਾਂਦਾ ਹੈ ਕਿ ਜ਼ਮੀਨਾਂ ਜਿਹੜੀਆਂ ਨਜਾਇਜ਼ ਕਬਜ਼ੇ ਕੀਤੇ ਗਏ ਉਹਨਾਂ ਨੂੰ ਛੁਡਵਾਇਆ ਜਾ ਰਿਹਾ ਹੈ। ਇਹਦੇ 'ਚ IAS ਹੈ, ਇਹਦੇ 'ਚ ਜਿਹੜਾ ਬਿਊਰੋਕਰੇਟਸ ਦੀ ਜੋ ਆਪਾਂ ਗੱਲ ਕਰਦੇ ਹਾਂ, ਪੋਲੀਟੀਸ਼ੀਅਨ ਹੈ, ਹੋਰ ਵਰਗਾਂ ਦੇ ਲੋਕ ਹੈ। ਕਿੱਦਾਂ ਦੀ ਕੈਟਾਗਰੀਜ਼ ਦੇ ਲੋਕ ਹੈ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ 'ਚ ਪੰਜਾਬ ਨੂੰ ਲੁੱਟਿਆ? ਇੱਕ ਨਾ ਨੈਕਸਸ ਬਣ ਗਿਆ ਪਿਛਲੇ 97 ਤੋਂ ਲੈ ਕੇ 20-25 ਸਾਲਾਂ 'ਚ ਜਿਹੜੀ ਸਰਕਾਰ, ਚਾਹੇ ਉਹ ਬਾਦਲ ਸਾਹਿਬ ਦੀ ਰਹੀ ਹੈ ਚਾਹੇ ਕਾਂਗਰਸ ਦੀਆਂ ਰਹੀ, ਉਹਦੇ 'ਚ ਵੱਡੇ ਪੋਲੀਟੀਕਲ ਜਿਹੜੇ ਲੀਡਰ ਸੀ, ਵੱਡੇ ਰਸੂਖਦਾਰ, ਜਿਹੜੇ ਵੱਡੇ ਜ਼ਮੀਂਦਾਰ ਪਰਿਵਾਰ ਕੁਛ, ਔਰ ਆਫੀਸਰ ਸਾਹਿਬਾਨ ਵੀ ਸ਼ਾਮਿਲ ਹੈ ਉਹਦੇ 'ਚ ਵੱਡੇ ਬਿਊਰੋਕਰੇਸੀ ਔਰ ਈਵਨ ਕਈ ਥਾਵਾਂ ਤੇ ਜਰਨਲਿਸਟ ਵੀ ਸ਼ਾਮਿਲ ਹੈ, ਜਿਹੜੇ ਵੱਡੇ ਜਰਨਲਿਸਟ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਵੱਡੀ ਗੱਲ ਕੀਤੀ ਹੈ ਕਿ ਮਤਲਬ ਪੱਤਰਕਾਰਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਜ਼ਰੂਰਤ ਹੈ। ਸੋਟਾ ਸਾਰਿਆਂ ਨੂੰ ਹੀ ਫੇਰਨ ਦੀ ਜ਼ਰੂਰਤ ਹੈ, ਚਾਹੇ ਰਾਜਨੀਤਿਕ, ਚਾਹੇ ਅਸੀਂ ਵੀ ਰਾਜਨੀਤਿਕ ਕਲਾਸ ਨੂੰ ਬਿਲੋਂਗ ਕਰਦੇ ਹਾਂ। ਜੇ ਆਪਾਂ ਪੰਜਾਬ ਨੂੰ ਵਾਕਈ ਸੁਹਿਰਦਤਾ ਨਾਲ ਅੱਗੇ ਲੈ ਕੇ ਜਾਣਾ ਤਾਂ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਸਿੱਧੂ ਸਾਹਿਬ, ਇਹਨਾਂ ਲੋਕਾਂ ਨੇ ਇੱਕ ਨੈਕਸਸ ਬਣਾ ਲਿਆ, ਪੂਰੀ ਲੌਬੀ ਬਣਾ ਲਈ, ਫਿਰ ਇਹਨਾਂ ਨੇ ਮਨਮਰਜ਼ੀਆਂ ਦੇ ਨਾਲ ਪੰਜਾਬ ਦੀ ਲੁੱਟ ਖਸੁੱਟ ਕੀਤੀ ਔਰ ਆਮ ਸਧਾਰਨ ਬੰਦੇ ਤੋਂ, ਚਾਹੇ ਉਹ ਇਲਾਜ ਹੈ ਉਹ ਵੀ ਦੂਰ ਕਰਤਾ, ਐਜੂਕੇਸ਼ਨ ਦੂਰ ਕਰਤੀ, ਨੌਕਰੀਆਂ ਦੂਰ ਕਰਤੀਆਂ, ਨੌਜਵਾਨ ਪਰੇਸ਼ਾਨ ਹੋ ਗਏ, ਮਾਈਗ੍ਰੇਸ਼ਨ ਹੋਣ ਲੱਗ ਗਈ, ਖੇਤੀ ਬਿਲਕੁਲ ਮੰਦਹਾਲੀ 'ਚ ਹੋ ਗਈ, ਕਿਸਾਨ ਜਿਹੜਾ ਹੈ ਕਰਜ਼ੇ ਲੈਣ ਲੱਗਿਆ ਔਰ ਇਹ ਸਾਰੀਆਂ ਚੀਜ਼ਾਂ ਸਾਹਮਣੇ ਔਨ ਰਿਕਾਰਡ। ਸੋ ਉਹ ਜਿਹੜਾ ਨੈਕਸਸ ਤੋੜਨਾ ਬੜਾ ਇੰਪੋਰਟੈਂਟ ਹੈ। ਮਾਨ ਸਾਹਿਬ ਉਹਦੇ 'ਚ ਲੱਗੇ ਹੋਏ ਆ ਔਰ ਮੈਨੂੰ ਲੱਗਦਾ ਹੈ ਵੀ ਇਹਦੇ 'ਚ ਪੰਜਾਬ ਦੇ ਲੋਕਾਂ ਦਾ ਉਹਨਾਂ ਨੂੰ ਪੂਰਾ ਹੁੰਗਾਰਾ ਹੈ, ਸਾਥ ਹੈ। ਟਾਈਮ ਜ਼ਰੂਰ ਲੱਗ ਰਿਹਾ। ਹੁਣ 9000 ਤੋਂ ਵੱਧ ਜ਼ਮੀਨ ਜਿਹੜੀ ਛਡਵਾਈ ਗਈ ਆ ਸਿੱਧੂ ਸਾਹਿਬ, ਉਹਦੇ 'ਚ 2000 ਏਕੜ ਤੋਂ ਵੱਧ ਗਰੀਬ ਤੇ ਦਲਿਤ ਹਰਜਨ ਜਿਹੜੇ ਪਰਿਵਾਰ ਉਹਨਾਂ ਦੇ ਹਿੱਸੇ ਦੀ ਆ। ਜਿਹੜੀ ਇੱਕ ਲਾਸਟ ਲਾਈਨ, ਜਿਹੜਾ ਅਸੀਂ ਕਹਿੰਦੇ ਵਾਰ-ਵਾਰ ਵੀ ਫੋਰੈਸਟ ਏਰੀਆ ਸਾਡਾ ਪੰਜਾਬ ਦਾ ਘਟ ਗਿਆ, ਉਹਦੇ 'ਚ ਹਜ਼ਾਰਾਂ ਏਕੜ ਜ਼ਮੀਨ ਫੋਰੈਸਟ ਏਰੀਏ ਦੀ ਹੈ ਜਿਹੜੀ ਇਹਨਾਂ ਨੇ ਦੱਬੀ ਸੀ, ਜਿੱਥੇ ਹੁਣ ਦੁਬਾਰਾ ਤੋਂ ਜਿਹੜਾ ਹੈ ਫੋਰੈਸਟ ਦੇ ਤੌਰ ਤੇ ਉਹਨੂੰ ਡਿਵੈਲਪ ਕੀਤਾ ਜਾਊਗਾ, ਪੰਜਾਬ ਦਾ ਪਰਿਆਵਰਣ ਜਿਹੜਾ ਸੁਧਾਰ ਕੀਤਾ ਜਾਊਗਾ। ਕੰਗ ਸਾਹਿਬ, ਇੱਕ ਸਵਾਲ ਮੈਂ ਹੋਰ, ਚਾਹੇ ਸੰਖੇਪ 'ਚ ਹੀ ਆਪਣੇ ਪ੍ਰੋਫੈਸ਼ਨ ਨਾਲ ਜੁੜਿਆ, ਕਈ ਵਾਰੀ ਕਿਹਾ ਜਾਂਦਾ, ਤੁਸੀਂ ਜਰਨਲਿਸਟਾਂ ਦਾ ਸਵਾਲ ਕੀਤਾ ਕਿ ਜਰਨਲਿਸਟ ਵੀ ਇੱਦਾਂ ਦੇ ਮਾਮਲੇ 'ਚ ਕਈ ਹੋ ਸਕਦੇ ਆ ਨਾ ਆਉਂਦੇ ਆ, ਜਿਹੜਾ ਕਿਧਰੇ ਇਹ ਵੀ ਸਵਾਲ ਉੱਠਦੇ ਆ ਕਿ ਕਈ ਵਾਰੀ ਸਰਕਾਰਾਂ ਬਦਲੇਖੋਰੀ ਦੀ ਭਾਵਨਾ ਨਾਲ ਵੀ, ਕਿਉਂਕਿ ਪੱਤਰਕਾਰਤਾ ਕਈ ਇੰਡੀਪੈਂਡੈਂਟ ਤੌਰ ਤੇ ਕੰਮ ਕਰਦੇ ਆ, ਤਾਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਨਹੀਂ, ਉਹ ਕੰਮ ਨਹੀਂ ਹੋਊਗਾ, ਵੈਂਡੇਟਾ ਪੋਲਿਟਿਕਸ ਨਹੀਂ ਹੋਊਗੀ। ਬਦਲੇ ਦੀ ਭਾਵਨਾ ਵਾਲੇ ਐਗਜ਼ਾਮਪਲ ਤੇ ਪਿਛਲੀਆਂ ਸਰਕਾਰਾਂ ਦੇ ਰਹੇ ਆ। ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ, ਈਵਨ ਅਸੀਂ ਤੇ ਆਪਣੀ ਪੋਲੀਟੀਕਲ ਜਮਾਤ ਨੂੰ ਵੀ ਸ਼ਾਮਿਲ ਕਰ ਰਹੇ ਹਾਂ ਉਹਦੇ 'ਚ, ਜਿਹਨੂੰ ਅਸੀਂ ਬਿਲੋਂਗ ਕਰਦੇ ਹਾਂ। ਇਹ ਕੁਛ ਕੁ ਲੋਕ ਹੁੰਦੇ ਆ, ਸਾਰੇ ਨਹੀਂ ਹੁੰਦੇ ਜਿਹੜੇ ਬਲੈਕ ਸ਼ੀਪ ਹੈ ਇਹ, ਲੇਕਿਨ ਬਹੁਤ ਪ੍ਰਭਾਵਸ਼ਾਲੀ ਰਹੇ ਆ ਪਿਛਲੇ ਸਾਲਾਂ 'ਚ, ਪ੍ਰਭਾਵਸ਼ਾਲੀ ਰਹੇ ਆ ਔਰ ਸੱਤਾ ਦਾ ਤੇ ਇਹਨਾਂ ਦਾ ਗਠਬੰਧਨ ਰਿਹਾ ਹੈ। ਔਰ ਜਿਹੜਾ ਡਰੱਗ ਮਾਫੀਆ ਆ, ਜਿਹੜਾ ਡਰੱਗ ਇੰਨਾ ਫੈਲਿਆ ਪੰਜਾਬ 'ਚ, ਉਹਦੇ ਲਈ ਵੀ ਸਿੱਧੂ ਸਾਹਿਬ ਉਹਦੀ ਪੂਰੀ ਪੜਤਾਲ ਜਦੋਂ ਤੁਸੀਂ ਪੜਚੋਲ ਕਰਦੇ ਹੋ ਜੀ, ਉਹਦੇ 'ਚ ਵੀ ਇਹੀ ਲੌਬੀ ਜਿਹੜੀ ਆ, ਜਿਹਦੇ 'ਚ ਪੁਲਿਸ ਦੇ ਕੁਛ ਅਧਿਕਾਰੀ, ਨਿਚਲੇ ਲੈਵਲ ਦੇ ਪੁਲਿਸ ਦੇ, ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਚੰਗੇ ਅਫਸਰ, ਚੰਗੇ ਜਰਨਲਿਸਟ ਵੀ, ਬਹੁਤ ਚੰਗੇ ਪੋਲੀਟੀਕਲ ਲੋਕ, ਲੀਡਰ ਵੀ ਹੈਗੇ, ਕੋਈ ਦੋ ਰਾਏ ਨਹੀਂ, ਲੇਕਿਨ ਉਹ ਜਿਹੜਾ ਮਾਫੀਆ ਸੀ, ਜਿਹਨੂੰ ਪੈਟਰੋਨੇਜ ਮਿਲਿਆ, ਜਿਹੜੇ ਹਾਈਐਸਟ ਲੈਵਲ ਤੇ ਪਾਵਰ, ਸੱਤਾ ਦੇ ਕੇਂਦਰ 'ਚ ਸੀਗੇ, ਸੋ ਉਹ ਨਸ਼ੇ ਦਾ ਕਾਰੋਬਾਰ ਇੰਨਾ ਫੈਲਿਆ ਜਿਹਦੇ 'ਚ ਹੁਣ ਕਈ ਲੀਡਰ ਵੀ ਅੰਦਰ ਹੈ, ਤੁਸੀਂ ਆਪਾਂ ਦੇਖ ਰਹੇ ਹਾਂ। ਸੋ ਉਹ ਸਾਰਾ ਇੱਕ ਨੈਕਸਸ ਤੋੜਨ ਦੀ ਲੋੜ ਹੈ, ਉਹਦੇ ਵਾਸਤੇ ਮਾਨ ਸਾਹਿਬ ਲੱਗੇ ਹੋਏ ਆ। ਮੈਨੂੰ ਲੱਗਦਾ ਇਹਦੇ ਨਾਲ ਕਈ ਸਮੱਸਿਆਵਾਂ ਜਿਹੜੀਆਂ ਆ, ਮਤਲਬ ਜਿਸ ਤਰੀਕੇ ਸਭ ਤੋਂ ਵੱਡੀ ਸਮੱਸਿਆ ਤੇ ਆਰਥਿਕ ਤੌਰ ਤੇ ਪੰਜਾਬ ਨੂੰ ਸਟੇਬਲ ਕਰਨਾ ਹੈ, ਉਹਦੇ 'ਚ ਪਿਛਲੇ ਕੰਪੇਅਰਟਿਵਲੀ, ਜਿਹੜੀ ਹੁਣ ਪਿਛਲੇ ਦਿਨਾਂ 'ਚ ਫਾਈਨੈਂਸ ਮਿਨਿਸਟਰ ਨੇ ਇੱਕ ਰਿਪੋਰਟ ਵੀ ਦਿੱਤੀ ਆ, ਇੱਕ ਪ੍ਰੈਸ ਕਾਨਫਰੰਸ ਕਰਕੇ, ਕਿ ਜਿਹੜਾ ਰੈਵਨਿਊ ਕਲੈਕਸ਼ਨ ਹੈ, GST ਕਲੈਕਸ਼ਨ ਹੈ, ਉਹ ਪਿਛਲੇ ਸਾਲਾਂ ਨਾਲੋਂ ਉਹਦੀ ਬਹੁਤ ਵੱਡੇ ਸਤਰ ਤੇ ਵਧਿਆ ਔਰ ਇਹ ਆਉਣ ਵਾਲੇ ਟਾਈਮ 'ਚ ਹੋਰ ਵੀ ਵਧੂਗਾ। ਬਿਲਕੁਲ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕੰਮ ਕਰ ਰਹੀ ਹੈ, ਪਰਫਾਰਮੈਂਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕੰਗ ਸਾਹਿਬ ਕਿਧਰੇ ਇਹ ਵੀ ਸਵਾਲ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਮੰਤਰੀਆਂ ਦੀ, MLAs ਦੀ, ਇਹ ਰਿਪੋਰਟਾਂ ਵੀ ਆਈਆਂ, ਜਿਵੇਂ ਪਿਛਲੇ ਦਿਨਾਂ 'ਚ ਵਾਈਸ ਚਾਂਸਲਰ ਦੀ ਰਿਪੋਰਟ ਆਈ, ਇਸ ਤਰੀਕੇ ਨਾਲ ਵਿਧਾਇਕਾਂ ਨਾਲ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ, ਜੋ ਵਾਰ ਮੀਡੀਆ 'ਚ ਇਨਫੋਰਮੇਸ਼ਨ ਆਈ ਹੈ
ਕਿ ਸੀਐਮ ਨੇ ਕਿਹਾ ਕਿ ਥੋੜਾ ਸੰਜਮ ਨਾਲ ਕੰਮ ਲਓ, ਇਹ ਨਹੀਂ ਕਿ ਹਰੇਕ ਜਗ੍ਹਾ ਤੇ ਜਾ ਕੇ ਦਗੜ ਕਰਦੇ ਫਿਰੋ। ਇਦਾਂ ਦੀ ਗੱਲ ਵੀ ਲੱਗਦੀ ਹੈ ਕਿ ਕੁਝ ਜਿਹੜਾ ਹੈਗਾ, ਚਾਹੇ ਮੰਤਰੀ ਹੈ ਚਾਹੇ ਐਮਐਲਏ ਹੈ, ਉਹ ਇਸ ਤਰ੍ਹਾਂ ਮਾਮਲਿਆਂ 'ਚ ਜਿਹੜੇ ਹੈਗੇ ਸਰਕਾਰੀ ਕੰਮਕਾਜ 'ਚ ਜਾ ਕੇ ਦਖਲ ਦਿੰਦੇ ਆ, ਜਿਹਦੇ 'ਚ ਸੀਐਮ ਨੂੰ ਕਹਿਣਾ ਪਿਆ ਕਿ ਨਹੀਂ ਸੰਜਮ ਨਾਲ ਕੰਮ ਕਰਿਆ ਜਾਏ। ਦੇਖੋ, ਦੋ ਗੱਲਾਂ ਹੈ। ਇੱਕ ਤੇ ਜਦੋਂ ਆਪਾਂ ਪਾਰਟੀਕੂਲਰ ਇਸੇ ਕੇਸ ਦੀ ਗੱਲ ਕਰ ਲਈਏ ਤੇ ਜਦੋਂ ਸਿਹਤ ਡਿਪਾਰਟਮੈਂਟ ਦੇ ਹਾਲਾਤ ਦੇਖਦੇ ਹੋ, ਬੜੇ ਖਸਤਾ ਹੈ ਔਰ ਵੱਡੇ ਵੱਡੇ ਸਕੈਂਡਲ ਤੇ ਤੁਹਾਨੂੰ ਸਿਹਤ ਡਿਪਾਰਟਮੈਂਟ ਦੇ ਮਿਲ ਜਾਣਗੇ ਤੇ ਗਰੀਬਾਂ ਦੀਆਂ ਦਵਾਈਆਂ ਤੇ ਉਹ ਸਾਰੀਆਂ ਚੀਜ਼ਾਂ, ਚਾਹੇ ਉਹ ਉਸ ਦਿਨ ਗੱਦਿਆਂ ਦੀ ਹੀ ਗੱਲ ਸੀ, ਉਹਦੇ 'ਚ ਕਮੀ ਰਹੀ ਆ। ਇੱਕ ਪੱਖ ਤੇ ਹੈ, ਲੇਕਿਨ ਮੈਂ ਤੁਹਾਡੇ ਦੇਖੋ ਇਹ ਤਾਂ ਸਰਕਾਰਾਂ ਦੀ, ਦੇਖੋ ਵਾਈਸ ਚਾਂਸਲਰ ਹੈ ਜਾਂ ਕਿ ਸਕੂਲ ਦਾ ਪ੍ਰਿੰਸੀਪਲ ਹੈ ਜਾਂ ਹੋਰ ਹੈਡਮਾਸਟਰ ਹੈ, ਇਹ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਬਣਦੀ ਹੈ ਨਾ। ਦੇਖੋ ਇਨਫਰਾਸਟ੍ਰਕਚਰ ਮੁਹੱਈਆ ਕਰਨਾ ਤਾਂ ਮੈਂ ਉੱਤੇ ਆ ਰਿਹਾ ਸੀ। ਸਾਡੇ ਜਿਹੜੇ ਹੈਲਥ ਮਿਨਿਸਟਰ ਹੈ ਜਾਂ ਕੋਈ ਵੀ, ਚਾਹੇ ਐਜੂਕੇਸ਼ਨ ਮਿਨਿਸਟਰ ਨਾਲ ਗੱਲ ਕਰ ਲਓ, ਈਵਨ ਤੁਸੀਂ ਧਾਲੀਵਾਲ ਸਾਹਿਬ ਜਿਹੜੇ ਪੰਚਾਇਤ ਮਿਨਿਸਟਰ ਹੈ, ਅਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਸਾਡੇ ਇੰਸਪੈਕਸ਼ਨ ਕਰ ਰਹੇ ਮੰਤਰੀ ਸਾਹਿਬਾਨ ਸਾਰੇ ਵੀ ਗਰਾਊਂਡ ਰਿਐਲਿਟੀ ਕੀ ਹੈ, ਕਮੀਆਂ ਪੇਸ਼ੀਆਂ ਕੀ ਹੈ। ਈਵਨ ਡਾਇਰੈਕਟਰ ਜਨਰਲ ਆਫ ਪੁਲਿਸ ਵੀ ਤੁਸੀਂ ਦੇਖਿਆ ਪਿਛਲੇ ਜਿੱਦਣ ਦੇ ਨਵੇਂ ਅਪਾਇੰਟ ਹੋਏ ਆ ਤੇ ਇੱਕ ਜ਼ਿਲ੍ਹੇ 'ਚ ਜਾ ਰਿਹਾ ਔਰ ਉਹਦੇ ਨਾਲ ਫਰਕ ਪੈ ਰਿਹਾ। ਸੋ ਨੋ ਡਾਊਟ ਜਿੱਥੇ ਸਾਡੀ ਜ਼ਿੰਮੇਵਾਰੀ ਆ ਸਿਹਤ ਸਹੂਲਤਾਂ ਨੂੰ ਵਧੀਆ ਦੇਣਾ, ਉੱਥੇ ਮੁੱਖ ਮੰਤਰੀ ਜੀ ਨੇ ਬਿਲਕੁਲ ਸਪਸ਼ਟ ਕਿਹਾ ਹੈ ਆਪਣੇ ਜਿਹੜੇ ਉਹਨਾਂ ਦੀ ਟੀਮ ਨੂੰ ਕਿ ਜਿਹੜਾ ਇੱਕ ਚੁਣਿਆ ਹੋਇਆ ਨੁਮਾਇੰਦਾ ਆ ਲੋਕਾਂ ਦਾ, ਚਾਹੇ ਐਮਐਲਏ ਹੈ ਚਾਹੇ ਮੰਤਰੀ ਆ, ਉਹਦਾ ਜਿਹੜਾ ਪਬਲਿਕ ਕੰਡਕਟ ਹੈ ਉਹ ਵੈਲ ਬਿਹੇਵ ਹੋਣਾ ਚਾਹੀਦਾ, ਵੈਲ ਡਿਸਿਪਲਿਨਡ ਹੋਣਾ ਚਾਹੀਦਾ ਔਰ ਚੇਅਰ ਦੀ ਮਰਿਆਦਾ ਹੋਣੀ ਚਾਹੀਦੀ ਆ। ਉਹਦੇ 'ਚ ਕੋਈ ਕੰਪਰੋਮਾਈਜ਼ ਨਹੀਂ, ਇਹ 'ਚ ਕੋਈ ਦੋ ਰਾਏ ਨਹੀਂ। ਔਰ ਮੈਨੂੰ ਲੱਗਦਾ ਵੀ ਜਿਹੜੇ ਕੁਛ ਲੋਕਾਂ ਨੇ ਇਸ ਤਰੀਕੇ ਦਾ ਕਿਤੇ ਬਿਹੇਵ ਕੀਤਾ ਆ ਜਾਂ ਉਹਨਾਂ ਦੀ ਗੱਲਾਂ ਸਾਹਮਣੇ ਆਈਆਂ ਤਾਂ ਡੈਫੀਨੇਟਲੀ ਉਹ ਅਨੁਸ਼ਾਸਨ 'ਚ ਰਹਿਣਗੇ। ਸਾਡੇ ਭਾਈਚਾਰੇ ਨਾਲ ਪ੍ਰੋਫੈਸ਼ਨ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਸਵਾਲ ਹੈ, ਉਹ ਹੈ ਉਠਾਇਆ ਜਾਂਦਾ ਪੋਲੀਟੀਕਲ ਪਾਰਟੀਆਂ ਨੂੰ, ਵਿਰੋਧੀ ਧਿਰਾਂ ਵੱਲੋਂ, ਕਿ ਸਰਕਾਰ ਜਿਹੜੀ ਹੈਗੀ ਆ ਆਪਣੀ ਵਾਹਵਾ ਕਰਾਉਣ ਦੇ ਲਈ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ਤੇ ਖਰਚ ਕਰਦੀ ਹੈ। ਦੇਖੋ, ਸਰਕਾਰ ਇਸ਼ਤਿਹਾਰ ਦਿੰਦੀ ਆ, ਮੈਂ ਐਵੇਂ ਕਹਾਂ ਵੀ ਨਹੀਂ ਦਿੰਦੀ, ਔਰ ਲੇਕਿਨ ਇਹ ਦੇਣਾ ਉਹਨਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ, ਮਜਬੂਰੀ ਵੀ ਹੈ। ਲੋਕਾਂ ਤੱਕ ਆਪਣੀਆਂ ਨੀਤੀਆਂ ਨੂੰ ਲੈ ਕੇ ਜਾਣਾ, ਪਹੁੰਚਾਉਣਾ, ਇਹ ਇੱਕ ਮਾਧਿਅਮ ਹੈ, ਚਾਹੇ ਉਹ ਪ੍ਰਿੰਟ ਮੀਡੀਆ ਦੇ ਰਾਹੀਂ ਚਾਹੇ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ। ਲੇਕਿਨ ਇਹ ਗੱਲ ਜ਼ਰੂਰ ਮੈਂ ਕਹਿਣਾ ਚਾਹੂੰਗਾ ਵੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਇਹਦਾ ਜਿਹੜਾ ਖਰਚਾ ਹੈ ਕੰਪੈਰੇਟਿਵਲੀ ਜਿਹੜਾ ਪਿਛਲੇ ਸਾਲਾਂ 'ਚ ਹੋਇਆ ਉਹ ਘਟਾਇਆ ਜਾਵੇ ਔਰ ਆਉਣ ਵਾਲੇ ਦਿਨਾਂ 'ਚ ਤੇ ਹੋਰ ਜਿਹੜੀ ਲਗਾਮ ਲੱਗੂ। ਜਦੋਂ ਆਪਾਂ ਇਸ ਮੁੱਦੇ ਤੇ ਚਰਚਾ ਕਰ ਰਹੇ ਹਾਂ, ਹੁਣ ਜਿਹੜੀ ਲੇਟੈਸਟ ਇੱਕ ਮੀਡੀਆ 'ਚ ਰਿਪੋਰਟ ਇਹੀ ਆਈ ਹੈ ਕਿ 11 ਨੂੰ ਨਤੀਜੇ ਆਏ, 13 ਨੂੰ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਜਲਸਾ ਜਲੂਸ ਜਿਹੜਾ ਹੈਗਾ ਉਹਦੇ ਤੇ ਲੱਖਾਂ ਰੁਪਏ ਖਰਚ ਕੀਤੇ, ਜਦੋਂ ਕਿ ਅਜੇ ਸਰਕਾਰ ਨੇ ਜਾ ਕੇ ਮੁੱਖ ਮੰਤਰੀ ਨੇ ਸਹੁੰ ਚੁੱਕੀ ਹੈ 16 ਤਰੀਕ ਨੂੰ। ਜੀ ਨਹੀਂ, ਦੇਖੋ ਹੁਣ ਜੇ ਤੁਸੀਂ ਕਹੋ ਵੀ ਸਰਕਾਰ ਬਿਲਕੁਲ ਹੀ ਜਿਹੜਾ ਆ ਵੀ ਖਰਚਾ ਹੋਣਾ ਹੀ ਨਹੀਂ ਬਿਨਾਂ ਤੇ ਹੋਰ ਤੋਂ ਹੀ ਕੰਮ ਚੱਲ ਜਾਣਾ, ਮੈਨੂੰ ਲੱਗਦਾ ਕੁਝ ਐਕਟੀਵਿਟੀਆਂ ਤੇ ਸਰਕਾਰ ਨੇ ਕਰਨੀਆਂ ਹੁੰਦੀਆਂ ਔਰ ਕਰਨੀਆਂ ਬਣਦੀਆਂ ਵੀ ਆ। ਇੱਕ ਲੋਕਾਂ ਦੀਆਂ ਉਮੀਦਾਂ ਵੀ ਹੁੰਦੀਆਂ, ਵਰਕਰਾਂ ਦੀਆਂ ਭਾਵਨਾਵਾਂ ਵੀ ਹੁੰਦੀਆਂ। ਲੇਕਿਨ ਮੈਂ ਫਿਰ ਤੁਹਾਡੀ ਇਹ ਗੱਲ ਕਹਿਣਾ ਚਾਹੁੰਦਾ ਵੀ ਅਸੀਂ ਇਸ 'ਤੇ ਬਹੁਤ ਹੱਦ ਤੱਕ ਜਿਹੜੀ ਆ ਕਟੌਤੀ ਕਰ ਰਹੇ ਹਾਂ। ਅਦਰਵਾਈਜ਼ ਤੁਸੀਂ ਪਿਛਲੇ ਰਿਕਾਰਡ ਜਦੋਂ ਫਿਰ ਗੱਲ ਉਹੀ ਆ ਜਾਂਦੀ ਹੈ ਵੀ ਤੁਸੀਂ ਹੁਣ ਪਿਛਲੀਆਂ ਸਰਕਾਰਾਂ, ਪਰ ਪਿਛਲੀਆਂ ਨਾਲ ਕੰਪੇਅਰ ਕਰਾਂਗੇ ਇਹਨਾਂ ਲੋਕਾਂ ਨੇ ਤੇ ਲੱਖਾਂ ਕਰੋੜਾਂ ਰੁਪਇਆ ਜਿਹੜੇ ਸਰਕਾਰੀ ਘਰ ਹੈ ਉਹਨਾਂ ਦੀਆਂ ਰੈਨੋਵੇਸ਼ਨਾਂ 'ਤੇ ਲਾਤੇ ਆ। ਜਿਹੜੇ ਸਾਡੇ ਇੱਕ ਉੱਥੇ ਜਦੋਂ ਧੰਨਵਾਦ ਕੀਤਾ ਆ ਮੁੱਖ ਮੰਤਰੀ ਜੀ ਨੇ ਔਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਨੈਸ਼ਨਲ ਕਨਵੀਨਰ ਦਰਬਾਰ ਸਾਹਿਬ ਜਾ ਕੇ, ਉਹ ਇੱਕ ਜਲਸਾ ਜ਼ਰੂਰ ਹੋਇਆ, ਨੋ ਡਾਊਟ ਹੋਇਆ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਉਹ ਸਾਡਾ ਫਰਜ਼ ਵੀ ਬਣਦਾ ਸੀ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ। ਉਹਦੇ 'ਚ ਹੋ ਸਕਦਾ ਥੋੜ੍ਹਾ ਬਹੁਤ ਖਰਚਾ ਵੀ ਹੋਇਆ ਹੋਊਗਾ, ਲੇਕਿਨ ਅਨਨੈਸੈਸਰੀ ਮਤਲਬ ਅਸੀਂ ਖਰਚਾ ਨਹੀਂ ਕਰ ਰਹੇ ਔਰ ਕਟੌਤੀ ਕਰ ਰਹੇ ਹਾਂ। ਔਰ ਇਹ ਲਾਈਫ ਸਟਾਈਲ ਜਿਹੜਾ ਸਾਡੇ ਮੰਤਰੀਆਂ ਦਾ, ਸਾਡੇ ਐਮਐਲਏ ਸਾਹਿਬਾਨਾਂ ਦਾ, ਉਹ ਤੁਸੀਂ ਦੇਖੋਗੇ ਕੰਪੈਰੇਟਿਵਲੀ ਪਿਛਲੀਆਂ ਨਾਲੋਂ ਬਹੁਤ ਫਰਕ ਹੈ। ਔਰ ਇਹ ਸਰਕਾਰ ਚਾਹੁੰਦੀ ਹੈ ਵੀ ਖਰਚਿਆਂ 'ਚ ਕਟੌਤੀ ਆਵੇ। ਇਸੇ ਕਰਕੇ ਪੀਪੀਐਸਸੀ ਦੇ ਮੈਂਬਰ ਵੀ 10 ਤੋਂ 5 ਕਰਤੇ। ਹੁੰਦਾ ਕੀ ਸੀ, ਆਪਣੇ ਬੰਦਿਆਂ ਨੂੰ ਸੈੱਟ ਕਰਨ ਵਾਸਤੇ, ਓਬਲਾਈਜ਼ ਕਰਨ ਵਾਸਤੇ ਮਨਮਰਜ਼ੀਆਂ ਹੋਈਆਂ। ਔਰ ਜਿਹੜਾ ਪੀਪੀਐਸਸੀ ਦਾ ਇੱਕ ਮੈਂਬਰ ਬਣਦਾ, ਲੱਖਾਂ ਰੁਪਇਆ ਮਹੀਨੇ ਦਾ ਉਹਦੇ 'ਤੇ ਖਰਚਾ ਹੁੰਦਾ। ਤਾਂ ਸਰਕਾਰ ਉਹ ਕੋਸ਼ਿਸ਼ ਕਰ ਰਹੀ ਹੈ ਖਰਚੇ ਘਟਾਏ ਜਾਣ ਔਰ ਉਹੀ ਪੈਸਾ ਪੰਜਾਬ ਦੇ ਲੋਕਾਂ ਦੇ ਵੈਲਫੇਅਰ 'ਤੇ ਲਾਏ। ਕਾਂਸਲ ਸਮੇਂ ਦੇ ਲਿਹਾਜ਼ ਨਾਲ ਇੱਕ ਸਵਾਲ ਜਿਹੜਾ ਹੈਗਾ ਹੋਰ, ਦੇਖੋ ਤੁਸੀਂ ਜਿੱਦਾਂ ਕਹਿ ਰਹੇ ਹੋ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਹਾਂ, ਸਰਕਾਰ ਨੇ ਵਿਕਾਸ ਕਾਰਜ ਵੀ ਕਰਨੇ ਆ, ਤਨਖਾਹਾਂ, ਬਹੁਤ ਸਾਰੇ ਮਾਮਲੇ ਸਰਕਾਰ ਨਾਲ ਫੰਡਸ ਨਾਲ ਜੁੜੇ ਵੀ ਹੁੰਦੇ ਆ। ਜੇ ਪਿਛਲੇ ਸਮੇਂ 'ਚ ਆਪਾਂ ਜਦੋਂ ਦੀ ਸਰਕਾਰ ਆਈ ਹੈ ਦੇਖਿਆ ਜਾਏ, ਵਾਅਦਾ ਕੀਤਾ ਸੀ ਕਿ ਕਰਜ਼ਾ ਪੰਜਾਬ ਤੇ ਘਟਾਇਆ ਜਾਏਗਾ, ਪਰ ਘਟਣ ਦੀ ਬਜਾਏ ਜੇ ਆਪਾਂ ਪਿਛਲੇ ਮਹੀਨਿਆਂ ਦੀ ਗੱਲ ਕਰਦੇ ਹਾਂ ਤਾਂ ਤਕਰੀਬਨ 10,000 ਕਰੋੜ ਰੁਪਇਆ ਕਰਜ਼ਾ ਹੋਰ ਪੰਜਾਬ ਦੇ ਸਿਰ ਵਧਿਆ। ਨਹੀਂ, ਇਹਦੀ ਟੈਕਨੀਕਲਿਟੀ ਸਮਝੋ।
ਔਰ ਤੁਹਾਡੇ ਦਰਸ਼ਕਾਂ ਨੂੰ ਵੀ ਮੈਂ ਬੇਨਤੀ ਕਰੂੰਗਾ, ਨੋ ਡਾਊਟ 8000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਪਿਛਲੇ 3 ਮਹੀਨਿਆਂ 'ਚ, ਜਿਹੜੇ 3-4 ਮਹੀਨਿਆਂ 'ਚ, ਔਰ ਉਹਦਾ ਕਾਰਨ ਹੈ ਤਕਰੀਬਨ 3 ਲੱਖ ਕਰੋੜ ਦੇ ਕਰੀਬ ਪੰਜਾਬ ਦਾ ਕਰਜ਼ਾ ਹੈ। ਉਹਦਾ ਵਿਆਜ ਜਿਹੜਾ ਆ ਹਰ ਮਹੀਨੇ ਜਾਂਦਾ ਆ, ਉਹਦੀਆਂ ਅੱਡ ਏਜੰਸੀਆਂ ਤੋਂ, ਕਿਸੇ ਬੈਂਕ ਤੋਂ ਆ, ਕਿਸੇ ਕਾਰਪੋਰੇਸ਼ਨ ਤੋਂ ਆ, ਕਿਸ ਤਰ੍ਹਾਂ ਉਹਦਾ ਜਿਹੜਾ ਵਿਆਜ ਹੈ ਸਿੱਧੂ ਸਾਹਿਬ ਉਹ ਤੇ ਜਾਣਾ ਹੈ ਨਾ। ਲੇਕਿਨ ਬਿਹਤਰ ਮੈਨੇਜਮੈਂਟ ਹੋਣ ਕਰਕੇ, ਸਰਕਾਰੀ ਖਰਚਿਆਂ 'ਚ ਕਟੌਤੀ ਹੋਣ ਕਰਕੇ ਸਾਡਾ ਫਰਕ ਇਹ ਆਇਆ ਵੀ 8000 ਕਰੋੜ ਦਾ ਕਰਜ਼ਾ ਜ਼ਰੂਰ ਲਿਆ ਹੈ, ਲੇਕਿਨ 10,500 ਕਰੋੜ ਦਾ ਕਰਜ਼ਾ ਵਾਪਸ ਕਰਤਾ ਇਹਨਾਂ ਦਿਨਾਂ 'ਚ। ਯਾਨੀ ਕਿ 2500 ਕਰੋੜ ਰੁਪਏ ਦਾ ਫਰਕ ਜਿਹੜਾ ਫਾਇਦਾ ਹੋਇਆ। ਸੋ ਇਹਨੂੰ ਇਸ ਇੱਕ ਜਿਹੜੀ ਇਕਨੋਮਿਕਸ ਹੈ ਇਹਨੂੰ ਸਮਝਣਾ ਹੀ ਪੈਣਾ। ਜੇ ਤੁਸੀਂ ਕਹੋ ਵੀ 3 ਲੱਖ ਕਰੋੜ ਕਰਜ਼ਾ ਇੱਕ ਪਾਸੇ ਰੱਖ ਦਾਂਗੇ ਤਾਂ ਇੱਥੇ ਨਵੇਂ ਸਿਰੇ ਤੋਂ ਗੱਲ ਸ਼ੁਰੂ, ਇਹ ਨਹੀਂ ਹੋਣਾ। ਉਹਦੀ ਜਿਹੜੀ ਦੇਣਦਾਰੀ ਆ, ਫੋਰ ਐਗਜ਼ਾਮਪਲ ਲਾਸਟ ਇਹਦੇ 'ਚ ਤੰਦਾਂ ਜੁੜਦੀਆਂ ਜਾ ਕੇ, ਤੰਦਾਂ ਜੁੜਦੀਆਂ, ਲੇਕਿਨ ਸਰਕਾਰ ਇਹਦੇ 'ਚ ਪੰਜਾਬ ਫਾਇਦੇ 'ਚ ਆਇਆ 2500 ਕਰੋੜ ਰੁਪਇਆ। 31000 ਕਰੋੜ ਦਾ ਅਨਾਜ ਘੁਟਾਲਾ ਹੋਇਆ ਸੀ ਬਾਦਲ ਸਾਹਿਬ ਦੀ ਸਰਕਾਰ ਵੇਲੇ। 300 ਕਰੋੜ ਰੁਪਏ ਦੀ ਕਿਸ਼ਤ ਪੱਕੀ ਵੱਜੀ ਹੈ ਉਹਦੀ, ਜਿਹੜਾ ਉਹਨੂੰ ਅਸੀਂ 34 ਸਾਲਾਂ 'ਚ ਵਾਪਸ 2034 ਤੱਕ ਵਾਪਸ ਕਰਨਾ ਹੈ। ਹੁਣ ਉਹਦੇ 'ਚ ਵੀ ਮਾਨ ਸਾਹਿਬ ਨੇ ਕੁਝ ਹੋਰ ਡੀਲ ਕੀਤੀ ਹੈ ਸੈਂਟਰ ਨਾਲ, ਉਹ 2032 ਤੱਕ ਉਹਦਾ ਕੁਝ ਅਮਾਊਂਟ ਵੀ ਘਟ ਗਿਆ। ਡੀਲ ਜਿਹੜੀ ਟੇਬਲ ਟਾਕ ਨਾਲ ਫਾਈਨੈਂਸ ਮਿਨਿਸਟਰ ਨੇ ਇਨੀਸ਼ੀਏਟਿਵ ਲਿਆ, ਉਹਦਾ ਜਿਹੜਾ ਪੌਣੇ 300 ਕਰੋੜ ਦੀ ਕਿਸ਼ਤ ਜਾਣੀ ਉਹ ਤਾਂ ਜਾਣੀ, ਉਹ ਦੇਣਦਾਰੀਆਂ ਤਾਂ ਦੇਣੀਆਂ ਨਾ ਪੰਜਾਬ ਨੇ, ਉਹਨਾਂ ਕਰਕੇ ਲਿਆ ਗਿਆ ਆ। ਲੇਕਿਨ ਮੈਂ ਫੇਰ ਤੁਹਾਡੇ ਦਰਸ਼ਕਾਂ ਨੂੰ ਕਹੂੰਗਾ, ਅਸੀਂ 2500 ਕਰੋੜ ਰੁਪਇਆ ਪਲੱਸ ਚੱਲ ਰਹੇ ਹਾਂ, ਲੇਕਿਨ ਆਉਣ ਵਾਲੇ ਟਾਈਮ 'ਚ ਅਸੀਂ ਕਰਜ਼ਾ ਜਿਹੜਾ, ਜਦੋਂ ਅੱਜ ਅਸੀਂ ਵਾਈਟ ਪੇਪਰ ਰੱਖਣ ਦਾ ਮਤਲਬ ਹੀ ਇਹ ਸੀ ਪੰਜਾਬ ਤੇ ਅੱਜ ਦੀ ਡੇਟ ਜਦੋਂ ਅਸੀਂ ਸੱਤਾ ਸੰਭਾਲੀ, ਇੰਨਾ ਕਰਜ਼ਾ ਜਦੋਂ ਅਸੀਂ ਛੱਡਾਂਗੇ ਉਹ ਵੀ ਜਿਹੜਾ ਇੱਕ ਕਾਗਜ਼ ਪੰਜਾਬ ਦੇ ਲੋਕਾਂ ਸਾਹਮਣੇ ਰੱਖਾਂ। ਕੰਗ ਸਰ, ਸਮਾਂ ਤਾਂ ਨਹੀਂ ਹੈ, ਪਰ ਜੇ ਤੁਸੀਂ ਫੂਡ ਘੁਟਾਲੇ ਦੀ ਗੱਲ ਕਰਦੇ ਹੋ, ਕੀ ਲੱਗਦਾ ਕਿ ਫੂਡ ਘੁਟਾਲੇ ਦਾ ਜਿਹੜਾ ਐਡਾ ਵੱਡਾ ਹੋਇਆ ਇਹਦੇ 'ਚ ਵੀ ਹੱਥ ਪਾਇਆ ਜਾਏਗਾ ਕਿਸੇ ਵੱਡੀ ਹਸਤੀ ਨੂੰ? ਨਹੀਂ, ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਸਿੱਧੂ ਸਾਹਿਬ, ਜਿਹੜਾ ਵੀ ਕੋਈ ਹਸਤੀ ਆ, ਨਹੀਂ ਹਸਤੀ, ਲੀਡਰ ਹੈ, ਬਿਊਰੋਕਰੇਟ ਹੈ, ਕੋਈ ਵੀ ਹੈ, ਕਰਮਚਾਰੀ ਹੈ, ਜੇ ਉਹ ਪੰਜਾਬ ਦੀ ਲੁੱਟ ਖਸੁੱਟ ਲਈ ਜ਼ਿੰਮੇਵਾਰ ਹੈ ਨਾ ਜੀ, ਉਹਨੂੰ ਬਿਲਕੁਲ ਅਕੋਰਡਿੰਗ ਟੂ ਲਾਅ, ਰੂਲ ਆਫ ਲਾਅ ਹੈ ਪੰਜਾਬ 'ਚ, ਅਕੋਰਡਿੰਗ ਟੂ ਲਾਅ ਉਹਨੂੰ ਸਜ਼ਾ ਮਿਲੂਗੀ। ਔਰ ਵਿਜੀਲੈਂਸ ਬਿਊਰੋ ਨੂੰ ਬਿਲਕੁਲ ਇੰਡੀਪੈਂਡੈਂਟ ਕੀਤਾ ਹੈ ਪੰਜਾਬ ਸਰਕਾਰ ਨੇ, ਪੁਲਿਸ ਨੂੰ ਇੰਡੀਪੈਂਡੈਂਟ ਕੀਤਾ, ਬਾਕੀ ਏਜੰਸੀਆਂ ਨੂੰ ਵੀ। ਹੁਣ ਦੇਖ ਹੀ ਰਹੇ ਆਪਾਂ ਲੁਧਿਆਣੇ 'ਚ ਜਿਸ ਤਰੀਕੇ ਨਾਲ ਈਓ ਫੜੇ ਗਏ, ਫਿਰ ਉੱਥੋਂ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਫੜੇ ਗਏ। ਸੋ ਇਹ ਲੋਕਾਂ ਨੇ ਬਹੁਤ ਵੱਡੇ ਸਤਰ ਤੇ ਲੁੱਟ ਖਸੁੱਟ ਕੀਤੀ ਹੈ, ਬਖਸ਼ਣਯੋਗ ਨਹੀਂ ਆ। ਜੇ ਅਸੀਂ ਇਹਨਾਂ ਨੂੰ ਬਖਸ਼ਣ ਲੱਗ ਗਏ ਤੇ ਪੰਜਾਬ ਦੇ ਲੋਕਾਂ ਨੇ ਸਾਨੂੰ ਨਹੀਂ ਬਖਸ਼ਣਾ। ਆਖਰੀ ਸਵਾਲ, ਜਿੱਦਾਂ ਦੀ ਸਰਕਾਰ ਦੀ ਪਰਫਾਰਮੈਂਸ ਦੀ ਤੁਸੀਂ ਗੱਲ ਕਰਦੇ ਹੋ, ਦੇਖੋ ਨਿੱਕੇ ਨਿੱਕੇ ਇਮਤਿਹਾਨ ਤਾਂ ਆਉਂਦੇ ਰਹਿੰਦੇ, ਜਿੱਦਾਂ ਤੁਸੀਂ ਸੰਗਰੂਰ ਦੀ ਗੱਲ ਕੀਤੀ ਹੈ, ਪਰ 24 'ਚ ਇੱਕ ਵੱਡਾ ਇਮਤਿਹਾਨ ਜਿਹੜਾ ਪਾਰਲੀਮੈਂਟ ਇਲੈਕਸ਼ਨ ਦਾ ਆਉਣ ਵਾਲਾ ਹੈ, ਉਸ ਇਮਤਿਹਾਨ ਦੇ ਮੱਦੇਨਜ਼ਰ ਜਿਹੜੀਆਂ ਦੂਜੀ ਧਿਰਾਂ 'ਚ ਅਕਾਲੀ ਦਲ ਹੈ, ਕਾਂਗਰਸ ਹੈ, ਭਾਜਪਾ ਹੈ, ਉਹਨਾਂ ਦੇ ਸੰਦਰਭ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਆਪ ਨੂੰ? ਦੇਖੋ, ਜਦੋਂ ਆਪਾਂ ਲੋਕ ਸਭਾ ਦੇ ਇਲੈਕਸ਼ਨ ਦੀ ਪੂਰੀ ਉਹਦਾ ਪੜਚੋਲ ਕਰਦੇ ਹਾਂ, ਤੇ ਅੱਜ ਦੇਸ਼ ਜਿਹੜਾ ਆ ਤਾਨਾਸ਼ਾਹੀ ਵੱਲ ਵੱਧ ਰਿਹਾ, ਮੋਦੀ ਸਾਹਿਬ ਦੀ ਅਗਵਾਈ 'ਚ ਤਾਨਾਸ਼ਾਹੀ ਵੱਲ ਵੱਧ ਰਿਹਾ, ਡੈਮੋਕ੍ਰੇਸੀ ਦਾ ਘਾਣ ਹੋ ਰਿਹਾ, ਇੰਸਟੀਟਿਊਸ਼ਨਸ ਨੂੰ ਜਿਹੜਾ ਆ ਕਬਜ਼ੇ 'ਚ ਕੀਤਾ ਜਾ ਰਿਹਾ। ਔਰ ਮੋਦੀ ਸਾਹਿਬ ਦੀ ਇਸ ਤਾਨਾਸ਼ਾਹੀ ਦੇ ਖਿਲਾਫ ਅਗਰ ਕੋਈ ਆਵਾਜ਼ ਦੇਸ਼ 'ਚ ਗੂੰਜਦੀ ਆ, ਉਹ ਕੇਜਰੀਵਾਲ ਜੀ ਦੀ ਗੂੰਜਦੀ ਆ। ਔਰ ਲੋਕਾਂ ਦੀ ਜਿਹੜੀ ਉਹਨਾਂ ਦੀ ਵਿਸ਼ਵਾਸਯੋਗਤਾ ਆ ਜਾਂ ਲੋਕਾਂ 'ਚ ਭਰੋਸੇਯੋਗਤਾ ਆ, ਉਹ ਕੇਜਰੀਵਾਲ ਸਾਹਿਬ ਦਾ ਵਧਿਆ। ਉਹਦਾ ਕਾਰਨ ਹੈ ਵੀ ਇੱਕ ਤਾਂ ਉਹ ਬਹੁਤ ਹੀ ਇੰਟੈਲੀਜੈਂਸੀ ਆ ਉਹਨਾਂ ਦੇ ਮਗਰ ਹੈ, ਆਪ ਬੜੇ IIT ਦੇ ਪਾਸ ਆਊਟ ਹੈ, ਇੱਕ ਉਹਨਾਂ ਨੇ ਗਵਰਨੈਂਸ ਦੇ ਨਾਂ 'ਤੇ ਬੜਾ ਵਧੀਆ ਕੰਮ ਕਰਕੇ ਦਿਖਾਇਆ ਪੰਜਾਬ 'ਚ ਮਾਨ ਸਾਹਿਬ ਦੀ ਅਗਵਾਈ। ਸੋ ਮੋਦੀ ਦੀ ਤਾਨਾਸ਼ਾਹੀ ਨੂੰ ਚੈਲੰਜ ਕਰਨ ਲਈ ਇੱਕੋ ਇੱਕ ਆਪਸ਼ਨ ਹੈ ਲੋਕਾਂ ਕੋਲ, ਆਮ ਆਦਮੀ ਪਾਰਟੀ। ਤਾਂ ਮੈਨੂੰ ਲੱਗਦਾ ਹੈ ਵੀ ਉਹਦਾ ਜਿਹੜਾ ਆ ਪੰਜਾਬੀ ਵੀ ਇਸ ਗੱਲ ਲਈ ਸਾਡਾ ਸਾਥ ਦੇਣਗੇ ਕਿ ਮੋਦੀ ਨੂੰ ਹਰਾਉਣਾ ਆ, ਤੇ ਆਮ ਆਦਮੀ ਪਾਰਟੀ ਨੂੰ ਲੋਕ ਜ਼ਰੂਰ ਸਹਿਯੋਗ ਕਰਨਗੇ ਔਰ ਸਾਡੇ ਚੰਗੇ ਰਹਿਣਗੇ ਰਿਜ਼ਲਟ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਕੰਗ ਸਾਹਿਬ। ਸ਼ੁਕਰੀਆ ਜੀ। ਇਹ ਸਨ ਮਾਲਵਿੰਦਰ ਸਿੰਘ ਕੰਗ, ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਬਾਰੇ ਤਾਂ ਚਰਚਾ ਕੀਤੀ ਔਰ ਇਹ ਵੀ ਕਿਹਾ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨ ਹੋਣਗੀਆਂ ਤਾਂ ਦੇਸ਼ ਤੇ ਪੰਜਾਬ ਦੇ ਲੋਕਾਂ ਕੋਲ ਇੱਕੋ ਇੱਕ ਹੀ ਬਦਲ ਬਣੇਗਾ। ਆਪ ਆਉਣ ਵਾਲਾ ਸਮਾਂ ਦੱਸੇਗਾ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਕੇ ਕੰਗ ਸਾਹਿਬ ਦਾ ਧੰਨਵਾਦੀ ਹਾਂ। ਤਾਂ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।